संगत क्या खो सतनाम श्री वाहिगुरू। कर्म कुछ पाया नहीं, बिना कर्मा तो कोई प्राप्त चीज नहीं हो सकती है। पर चंगे कर्म कद हुंदे हन कि सतपुरुष के दर्शन हो जान, किसी पूर्ण गुरसिख के दर्शन हो जान, उदों समझो कि चंगे कर्मां की निशानी जागती है। पूर्व कर्म अंकर जा प्रगट्यो, भेट्यो पुरख रशक बरागी, मिट्यो हंधेर मिलत हर नानक, जन्म जन्म की सोई जागी। करोड़ों जन्मां की किस्मत सुत्ती पई, भाग सुत्ते पे, किसी सतपुरुष के ददारे नाल जाग पैंदे हन। गज के आखो सतनाम श्री वाहिगुरू। हर दर्शन को मन लोचदा। कई गुरमुख मन में सोचा सोची जाते हैं घरे भी बेर हाउस में कीर्तन होंदा है, अखंड पाठ प्रकाश है, चलो गुरु नानक देव के दर्शन करिए, गुरु ग्रंथ साहब दे ते नाले बाणी पढ़िए ते सुनिए। तो गुरु रूप सत्संग जी पर मन नूं ਜਿਹੜੇ घर ਦੇ घरेलू ਕੰਮ ਹਨ ਇਹ ਡਾਹ नहीं ਦਿੰਦੇ ਹਨ। ਅੱਜ किसी महापुरुषों ਕੋਲੋਂ पूर्ण गुरसिख ਕੋਲੋਂ कोई ना गल मिलती रहती है। राजे का सपुत्र किसी अमीर का सपुत्र बीमार हो गया, उन्हें सतपुरुषों ने पूछा किसी ने कि मेरा पुत्र राजी किमें हो सकता, महाराज कृपा करो।
ਉਹਨੇ ਆਖਿਆ ਵੀ ਜੇ ਕੋਈ ਸੁਖੀਆ ਮਿਲ ਜਾਵੇ ਨਾ, ਸੁਖੀਏ ਕੋਲੋਂ 2 ਆਨਿਆਂ ਦੇ ਪੈਸੇ ਲੈ ਕੇ ਉਸ ਪੁੱਤਰ ਨੂੰ ਕੋਈ ਨਾ ਕੋਈ ਖੁਰਾਕ ਲੈ ਕੇ ਛਕਾ ਦੀ ਤੇ ਰਾਜੀ ਹੋ ਜਾਵੇਗਾ। ਹੁਣ ਰਾਜਾ ਸੀ, ਸ਼ਹਿਰਾਂ ਵਿੱਚ ਘੁੰਮਦਾ ਫਿਰੀ ਗਿਆ, ਜਿਹਨੂੰ ਕੋਈ ਪੁੱਛੇ ਉਹੀ ਕਹਿ ਕਰੇ ਜੀ ਮੈਂ ਤਾਂ ਬਹੁਤ ਦੁਖੀ ਹਾਂ। ਜਿਹਨੂੰ ਕੋਈ ਪੁੱਛੇ ਕਹਿੰਦੇ ਮੈਂ ਬਹੁਤ ਦੁਖੀ ਹਾਂ, ਕਿਉਂਕਿ ਮਹਾਰਾਜ ਵੀ ਕਹਿੰਦੇ ਗੁਰਬਾਣੀ ਦੇ ਨਾਨਕ ਦੁਖੀਆ ਸਭ ਸੰਸਾਰ। ਤੋ ਗੁਰੂ ਰੂਪ ਸਾਧ ਸੰਗਤ ਜੀ ਇਹਦੇ ਵਿੱਚ ਪੜ੍ਹਨ 'ਚ ਫਰਕ ਪੈ ਜਾਂਦਾ ਹੈ। ਨਾਨਕ ਦੁਖੀਆ, ਨਾਨਕ ਨਹੀਂ ਦੁਖੀਆ, ਉਹਦਾ ਸੁਖੀਏ ਕਰਨ ਵਾਲਾ ਹੈਗਾ। ਨਾਨਕ ਦੁਖੀਆ ਸਭ ਸੰਸਾਰ, ਨਾਮ ਤੋਂ ਬਿਨਾਂ ਹੈ ਸੋ ਸੁਖੀਆ ਜਿਸ ਨਾਮ ਆਧਾਰ ਸੰਗਤਾਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਚੰਗਾ ਜਿਹਾ ਘਰ ਦੇਖ ਕੇ ਉਹਦੇ ਘਰ ਆ ਗਿਆ, ਆਖ ਲੱਗੇ 2 ਅੰਨ ਦੇ ਪੈਸੇ ਮੈਨੂੰ ਚਾਹੀਦੇ ਨੇ। ਆਖਣ ਤੂੰ ਦੇਖਣੀ ਪਾਖਣੀ ਹੈ, ਭਾਵੇਂ ਕਿੰਨੇ ਮਰਜ਼ੀ ਲੈ ਜਾ। 2 ਅੰਨ ਦੇ ਪੈਸੇ ਦੇ ਦਿੱਤੇ। ਆਖਣ ਲੱਗਿਆ ਬਈ ਤੂੰ ਕਿੰਨਾ ਸੁਖੀ ਹੈ? ਕਹਿੰਦਾ ਤੂੰ ਚੁੱਪ ਕਰਕੇ ਵਗ ਜਾ, ਮੇਰੇ ਸੁੱਖਾਂ ਤੋਂ ਕੀ ਲੈਣਾ ਹੈ? ਮੇਰੇ ਵਰਗਾ ਦੁਖੀਆ ਦੁਨੀਆ ਤੋਂ ਹੋਰ ਨਾ ਅਵਤਾਰ ਧਾਰੇ ਕੋਈ। ਕਹਿੰਦਾ ਕਿਉਂ? ਕਹਿੰਦਾ ਮੇਰੇ ਤਾਂ ਹੱਥ ਅੰਦਰ ਕੇ ਛਿੱਤਰ ਖੜਕਾ ਮੁੰਡੇ ਮੈਨੂੰ ਜਿਹੜੀ ਨਹੀਂ ਗੱਲ ਬੋਲਦੀ ਉਹ ਬੋਲਦੇ ਹਨ। ਕਹਿੰਦਾ ਤਾਂ ਵਿਆਹ ਦੋਨੇ ਚੱਕ ਲੈ। ਮਤਲਬ ਸੁਖੀਆ ਲੱਭਣਾ ਕੋਈ, ਸੁਖੀਆ ਨਹੀਂ ਲੱਭਿਆ। ਦੂਜੇ ਘਰ ਗਿਆ, ਉੱਥੇ ਜਵਾਬ ਮਿਲ ਗਿਆ। ਤਾਂ ਗੁਰੂ ਰੂਪ ਸਾਧ ਸੰਗਤ ਜੀ ਜਦੋਂ ਅੱਗੇ ਆਇਆ, ਅੱਗੇ ਕੋਈ ਸਤਿਪੁਰਸ਼ ਮਹਾਂਪੁਰਸ਼ ਤੁਰੇ ਆਉਂਦੇ ਹਨ, ਉਹਨਾਂ ਨੂੰ ਨਮਸਕਾਰ ਕੀਤੀ। ਕਹਿੰਦੇ ਮਹਾਤਮਾ ਜੀ ਤੁਸੀਂ ਕਿੰਨੇ ਕੁ ਸੁਖੀ ਹੋ? ਗਲ 'ਚ ਬੋਰੀ ਪਾਈ ਹੋਈ, ਨੰਗੇ ਪੈਰ, ਕੇਸ ਮਗਰ ਸੁੱਟੇ, ਹੱਥ 'ਚ ਗੜਵਾ ਫੜਿਆ ਹੋਇਆ ਤੇ ਬਹੁਤ ਬਿਰਤੀ ਢਿੱਲੀ ਜੀ ਧਾਰਨ ਕੀਤੀ ਹੋਈ। ਕਹਿੰਦੇ ਮਹਾਤਮਾ ਜੀ ਤੁਸੀਂ ਸੁਖੀ ਕਿੰਨੇ ਕਹੋਗੇ? ਕਹਿੰਦਾ ਜੀ ਮੇਰੇ ਵਰਗਾ ਸੁਖਿਆ ਮੈਨੂੰ ਤਾਂ ਦੀਨਾ ਨੇ ਕੋਈ ਦੁਨੀਆ ਤੇ। ਕਹਿੰਦਾ ਕਮਾਲ ਦੀ ਗੱਲ ਹੈ, ਗਲ ਵਿੱਚ ਕੋਈ ਚੰਗਾ ਕਬੀਜ਼ ਨਹੀਂ ਪਾਇਆ ਹੋਇਆ, ਕੋਈ ਪੈਰਾਂ ਸੋਹਣਾ ਜੋੜਾ ਨਹੀਂ ਪਹਿਨਿਆ ਹੋਇਆ ਤੇ ਦਸਤਾਰ ਸੋਹਣੀ ਨਹੀਂ ਸਜੀ ਹੋਈ। ਇਹ ਕਹਿੰਦਾ ਮੇਰੇ ਵਰਗਾ ਸੁਖੀ ਕੋਈ ਹੈ ਹੀ ਨਹੀਂ। ਉਹ ਕਹਿੰਦਾ ਚੰਗਾ ਵੀ ਜੇ ਤੂੰ ਇਹਨਾਂ ਸੁਖੀ ਹੈ ਤਾਂ ਕਹਿੰਦਾ ਫਿਰ ਮੈਨੂੰ 2 ਆਨਿਆਂ ਦੇ ਪੈਸੇ ਦੇ ਦੇ। ਕਹਿੰਦਾ ਪਰ ਦੁੱਖ ਤਾਂ ਐਸੇ ਹੀ ਹੈ ਸਾਰਾ। ਜੇ ਤੁਹਾਡੇ ਕੋਲ ਤੇਰੇ ਰਾਜਾ ਤੇਰੇ ਕੋਲ ਮਾਇਆ ਜਾ ਰਹੀ ਤਾਂ ਹੀ ਦੁਖੀਆ ਫਿਰਦਾ ਹੈ, ਮਲੰਗ ਨੂੰ ਕੀ ਦੁੱਖ ਹੁੰਦਾ ਹੈਗਾ? ਟੰਟਾ ਤਾਂ ਮਾਇਆ ਦਾ ਹੀ ਹੈ। ਜਿੰਨੀ ਜਿਉਂ ਮਾਇਆ ਇਕੱਠੇ ਹੋ ਤਾਂ ਦੁੱਖਾਂ 'ਚ ਪਈ ਜਾਂਦੇ, ਜਿਉਂ ਮਾਇਆ ਤਾਂ ਦੁੱਖਾਂ 'ਚ ਪਈ ਹੋਇਆ ਰੱਜ ਕੇ ਸੌਣਾ ਛੱਡ ਦਿੰਦੇ ਹੋ। ਜੇ ਫਿਰ ਨੀਂਦ ਨਹੀਂ ਆਉਂਦੀ, ਇਹ ਵੀ ਸਾਡੇ ਕੋਲ ਪ੍ਰਸ਼ਨ ਆਉਂਦੇ ਨੇ ਕਿ ਬਾਬਾ ਜੀ ਸਾਰਾ ਦਿਨ ਥੱਕੇ ਹਾਰੇ ਆਉਣੇ, ਫਿਰ ਨੀਂਦ ਦਿੰਦੇ ਬਾਬਾ ਜੀ, ਫਿਰ ਘੁੱਟ ਕੇ ਪੀ ਲੈਂਦੇ ਜਿਹਦੀ ਨੀਂਦ ਆ ਜਾਂਦੀ ਹੈ। ਤਰਲਿਆਂ ਨਾਲ ਨੀਂਦ ਹੈਰਾਨਾ, ਇੰਨੀ ਮਾਇਆ ਹੋਵੇ ਫਿਰ ਵੀ ਤਰਲਿਆਂ ਨਾਲ ਨੀਂਦ ਆਵੇ ਤੁਹਾਨੂੰ। ਸਾਡੇ ਇੱਕ ਅਮਲੀ ਹੁੰਦਾ ਸੀ ਪਿੰਡ, ਉੱਥੇ ਉਹ ਲਾਗੇ ਸਾਡੇ ਉਹਦੇ ਲਾਗੇ ਗੁਆਂਢੀ ਸੀ ਸਰਦਾਰ ਚੰਗਾ, ਟਰੈਕਟਰ ਟੂਟ ਚੱਲਦੇ ਸੀ, ਉਹ ਵਿਚਾਰਾ ਉਹਦੇ ਸੀਰ ਕਰਿਆ ਕਰੇ ਤੇ ਉਹ ਬੈਠੇ ਖੂਤੇ, ਉਹ ਹਲ ਛੱਡ ਕੇ ਆਇਆ। ਕਹਿੰਦਾ ਇਹ ਬੱਲਾ ਬੱਲਾ ਗੱਜਣ ਸਿੰਘ ਕਿੰਨਾ ਅੱਜ ਗਰਮੀ ਕਿੰਨੀ ਹੈ? ਕਹਿੰਦਾ ਠੀਕ ਹੈ। ਕਹਿੰਦਾ ਵੀ ਰੱਬ ਸਹੁਰਾ ਸੁੱਤਾ ਹੀ ਪਿਆ ਕਿਤੇ। ਤੋ ਗੁਰੂ ਰੂਪ ਸਾਧ ਸੰਗਤ ਜੀ ਪਰਮੇਸ਼ਰ ਚਤੁਰਭੁਜੀ ਰੂਪ ਧਾਰ ਕੇ ਉਹਨੂੰ ਕਹਿਣ ਲੱਗਾ, ਕਹਿੰਦਾ ਗੱਲ ਸੁਣੋ, ਇਹ ਸੁੱਤਾ ਪਿਆ। ਉਹਨੂੰ ਸੁਪਨਾ ਆਇਆ, ਕਹਿੰਦਾ ਸੁੱਤਾ ਪਿਆ, ਕਹਿੰਦਾ ਤੂੰ ਗੱਲ ਸੁਣ, ਇਹ ਤੈਨੂੰ ਇੰਨੀ ਮਾਇਆ ਦਿੱਤੀ ਹੈ ਮੂਰਖਾ, ਕਹਿੰਦਾ ਤੂੰ ਅਜੇ ਵੀ ਹੈ ਉਹ ਸਹੁਰਾ ਰੱਬ ਕਹਿੰਦਾ ਤੂੰ ਮੈਨੂੰ। ਉਹ ਅਮਲੀ ਨੂੰ ਸੁਪਨਾ ਦੱਸਣ ਲੱਗਿਆ। ਉਹ ਕਹਿੰਦਾ ਫਿਰ ਤੈ ਤਾਂ ਸਹੁਰਾ ਕਿ ਸਾਰਾ ਜੇ ਕਿਤੇ ਰੱਬ ਮੈਨੂੰ ਮਿਲੇ ਮੈਂ ਜੁੱਟੀਆਂ ਫਰਵਰ ਦਾੜੀ ਖਿੱਚਾਂ ਰੱਬ ਦੀ। ਕਹਿੰਦਾ ਉਹ ਕਹਿੰਦਾ ਕੀ ਗੱਲ? ਕਹਿੰਦਾ ਤੇਰੇ ਵਰਗੇ ਮਲੰਗਾਂ ਨੂੰ ਦਿੰਦਾ ਕਿਉਂ, ਮੇਰੇ ਵਰਗੇ ਭੁੱਖੇ ਨੂੰ ਦੇਵੇ, ਕਹਿ ਉਹਨੂੰ ਵਾਹਿਗੁਰੂ ਵਾਹਿਗੁਰੂ ਕਰੀਏ। ਉਹ ਵੀ ਉੱਥੇ ਹੀ ਸਿੜਦਾ ਜਿੱਥੇ ਸ਼ਰਾਬ ਪੀਣ ਲੋਕ। ਤੇ ਕਹਿੰਦਾ ਮੈਨੂੰ ਮਿਲੇ ਮੈਂ ਦਿਖਾਵਾਂ ਤਾਰੇ ਰੱਬ ਨੂੰ। ਤਾਂ ਗੁਰੂ ਪਿਆਰੇ ਹੋ ਇੰਨੀ ਮਾਇਆ ਹੋਵੇ, ਕਹਿੰਦੇ ਜੀ ਫਿਰ ਨੀਂਦ ਨਹੀਂ ਆਉਂਦੀ, ਘੁੱਟ ਪੀ ਲੈਂਦੀ ਆ। ਗੁਰੂ ਰੂਪ ਸਾਧ ਸੰਗਤ ਜੀ ਫਿਰ ਮਾੜੇ ਕਰਮਾਂ ਦੀ ਨਿਸ਼ਾਨੀ ਨਹੀਂ ਹੈ। ਕਹਿੰਦਾ ਰਾਜ ਨੂੰ ਰੋਲਾ ਮਾਇਆ ਦਾ ਹੀ ਹੈ। ਜੇ ਤੇਰੇ ਕੋਲ ਮਾਇਆ ਇੰਨੀ ਹੈ ਤਾਂ ਹੀ ਦੁਖੀਆ ਫਿਰਦਾ ਹੈ। ਕਹਿੰਦਾ ਫਿਰ ਤੇਰਾ ਟਾਈਮ ਤੇਰੇ ਕੋਲ ਮਾਇਆ ਕਿਵੇਂ ਆਉਂਦੀ ਹੈ? ਕਹਿੰਦਾ ਮਾਇਆ ਤਾਂ ਮੇਰੇ ਕੋਲ ਬਹੁਤ ਆਉਂਦੀ ਹੈ, ਪਰ ਗੱਲ ਇੱਕ ਹੈਗੀ। ਉਹ ਕਹਿੰਦਾ ਕੀ? ਕਹਿੰਦਾ ਜਦ ਮੈਨੂੰ ਲੋਕ ਮੱਥਾ ਟੇਕਦੇ ਨੇ ਮਾਇਆ ਮੇਰੇ ਕੋਲ ਆਉਂਦੀ ਬਹੁਤ ਹੈ, ਜਿੰਨੀ ਕਿ ਮੈਂ ਤੋਂ ਚਲਾ ਜਿੰਨੇ ਮੈਂ ਚਲਾ ਲੈਣਾ, ਬਾਕੀ ਕਹਿੰਦਾ ਫਿਰ ਲੱਡੂ ਲੁੱਡੂ ਲੈ ਕੇ ਗਰੀਬਾਂ ਨੂੰ ਵੰਡ ਦਿੰਦਾ, ਗੁਰਦੁਆਰੇ ਲਾ ਲੈਂਦੇ ਹਾਂ। ਕਹਿੰਦਾ ਕਿਸੇ ਡੇਰੇ ਤੇ ਲਾਤੀ, ਕਹਿੰਦਾ ਬਾਕੀ ਆਪਣਾ ਖਜ਼ਾਨਾ ਵਰਤ ਲੈਂਦਾ, ਸ਼ਗਨ ਛਕਾਉਣ ਲੱਗ ਕੇ ਆਪਦਾ ਆਨੰਦ ਮਾਣ ਲੈਂਦੇ, ਬਾਕੀ ਕਹਿੰਦਾ ਮੌਜਾਂ ਕਰਦੇ ਅਸੀਂ ਕਰਨੀ ਮਾਇਆ। ਤੋ ਗੁਰੂ ਪਿਆਰੋ ਜਿਹੜੀ ਮਾਇਆ ਹੈ, ਮਾਇਆ 2 ਪ੍ਰਕਾਰ ਦੀ, 2 ਚਲਾਵੇ ਰਾਹ, ਇੱਕ ਲੈ ਜਾਵੇ ਨਰਕ ਨੂੰ, ਇੱਕ ਸਵਰਗ ਲੈ ਜਾਏ। ਤੇ ਮਾਇਆ ਧਾਰੀ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹੁ ਰੌਲ ਘਚੋਲਾ। ਕਹਿੰਦਾ ਰੌਲਾ ਜਾ ਕਾਹਦਾ ਪੈਂਦਾ ਹੈ? ਤੇ ਇਹ ਗੁਰਬਾਣੀ ਨੂੰ ਰੌਲੇ ਦੱਸਦਾ ਹੈ। ਸਾਰੀਆਂ ਸੰਗਤਾਂ ਪੜੋ ਪਿਆਰ ਨਾਲ ਬਾਣੀ, ਕਿਉਂ ਦੱਸਦੀ ਹੈ ਭਾਈ। ਨਾਨਕ ਦੁਖੀਆ ਜੀ ਸਭ ਸੰਸਾਰ, ਸਭ ਸੰਸਾਰ, ਨਾਨਕ ਦੁਖੀਆ ਜੀ ਸਭ ਸੰਸਾਰ, ਸਭ ਸੰਸਾਰ।
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਵਿਸ਼ਨੂੰ ਭਗਵਾਨ ਲక్ష్ਮੀ ਨੂੰ ਆਖਣ ਲੱਗੇ, ਲక్ష్ਮੀ ਚੱਲ ਤੈਨੂੰ ਮਾਤ ਲੋਕ ਦਾ ਸ਼ੈਰ ਕਰਾ ਕੇ ਲਿਆਵਾਂ। ਉਹ ਕਹਿੰਦੇ ਕਿ ਚਲੋ ਰਹਿ ਕਰ ਲਈ। ਕਹਿੰਦਾ ਨਾਲੇ ਤੈਨੂੰ ਮੈਂ ਆਪਣੇ ਭਗਤ ਵਿਖਾ ਕੇ ਲਿਆਵਾਂ। ਉਹ ਕਹਿੰਦਾ ਚੰਗਾ ਚਲੋ। ਮਾਤ ਲੋਕ ਵਿੱਚ ਆ ਪਹੁੰਚੇ। ਸ਼ਾਹੂਕਾਰ ਦੇ ਖੂਤੇ ਬਹਿ ਗਏ, ਬਹੁਤ ਅਮੀਰ, ਤੇ 2-3 ਦਿਨ ਰਹੇ। ਨੌਕਰਾਂ ਨੂੰ ਸੁਨੇਹਾ ਭੇਜਿਆ ਕਿ ਸ਼ਾਹੂਕਾਰ ਨੂੰ ਦੱਸੋ ਕਿ ਤੇਰੇ ਖੂਤੇ ਭਗਵਾਨ ਤੇ ਲక్ష్ਮੀ ਆਏ ਨੇਗੇ। ਤਾਂ ਜਦੋਂ ਸੰਦੇਸ਼ਾ ਪਹੁੰਚਿਆ ਕਿ ਆਪਣੇ ਖੂਤੇ ਭਗਵਾਨ ਆਏਗਾ, ਨਾਲ ਲక్ష్ਮੀ ਹੈ, ਵੀ ਤੁਹਾਨੂੰ ਬੁਲਾਇਆ ਉਹਨਾਂ ਨੇ। ਉਹ ਕਹਿੰਦਾ ਆਪਾਂ ਨੇ ਕਿ ਭਗਵਾਨ ਤੋਂ ਛੋਲੇ ਲੈਣੇ ਨੇਗੇ, ਪਹਿਲੇ ਬੇਰ ਹਾਊਸ ਬਹੁਤ ਡਬਲ ਚੱਲਦਾ, ਆਪਾਂ ਨੇ ਕੀ ਲੈਣਾ ਰੱਬ ਤੋਂ। ਤਾਂ ਗੁਰੂ ਰੂਪ ਸਾਧ ਸੰਗਤ ਜੀ ਪਰੇ ਤਾਂ ਫਿਰ ਵੀ ਚੰਗੇ ਨੇ, ਗੁਰੂ ਨਾਨਕ ਦੇਵ ਨੂੰ ਲਈ ਬੈਠੇ ਨੇ। ਤੇ ਤਾਤੇ ਮਾਤੇ ਬਹੁਤ ਹੋਣ ਲੱਗ ਜਾਂਦੇ, ਕਿਆ ਰੱਬ ਘੜੱਬ ਕਹਿਣ ਲੱਗ ਜਾਂਦੇ ਨੇ। ਆਖਣ ਲੱਗੇ ਅਸੀਂ ਕੀ ਲੈਣਾ ਰੱਬ ਤੋਂ। ਕਹਿੰਦਾ ਨਹੀਂ ਦਰਸ਼ਨ ਤਾਂ ਕਰਿਓ, ਫਿਰ ਵੀ ਭਗਵਾਨ ਨੇ ਦਾਤ ਬਖਸ਼ੀ ਹੈ। ਕਹੇ ਮੁਤਾਬਕ ਆ ਗਏ। ਦੂਰੋਂ ਮਹਾਰਾਜ ਕਹਿ ਕੇ ਬਹਿ ਗਿਆ। ਕਹਿਣ ਲੱਗਾ ਗੁਰਮੁਖਾ ਅਸੀਂ ਭਾਈ ਜਾਣਾ ਹੈਗਾ, ਸਾਡੀ ਲੈ ਕੇ ਸੇਵਾ ਦੱਸੋ। ਭਗਵਾਨ ਕਹਿਣ ਲੱਗੇ, ਕਹਿੰਦਾ ਜੀ ਆਪਣੇ ਘਰੇ ਰੰਗ ਲੱਗੇ ਨਾ, ਆਪਾਂ ਨੂੰ ਕੀ ਮੰਗਣਾ ਹੈਗਾ, ਬਹੁਤ ਕਿਰਪਾ ਮਹਾਰਾਜ ਜੀ। ਕਹਿੰਦਾ ਚੰਗਾ ਫਿਰ ਕਿੰਨੀ ਕਮਾਇਆ ਤੇਰੇ ਕੋਲ। ਕਹਿੰਦਾ ਮੈਂ ਲੱਖਾਂ ਪਤੀ ਹਾਂ। ਕਹਿੰਦਾ ਚੰਗਾ ਕਰੋੜੀ ਮਲ ਦਾ ਵਰ ਦਿੱਤਾ। ਲੱਖਾਂ ਤੋਂ ਕਰੋੜੀ ਮਲ ਬਣਾ ਗਿਆ। ਹੁਣ ਜਿਹੜੇ ਨੌਕਰ ਚਾਕਰ ਸੀ ਸੋਚਦੇ ਨੇ ਵੀ ਕਹਿੰਦੇ ਨੇ ਭਜਨ ਕਰੇ ਤੋਂ ਸਿਮਰਨ ਕਰੇ ਤੋਂ ਮਾਇਆ ਮਿਲਦੀ ਹੈ। ਲੈ ਸਾਰ ਦਿਨ ਕਹਿੰਦਾ ਲੋਕਾਂ ਦੇ ਗਲ ਵੜਦਾ, ਵਿਆਜ ਲੈ ਲੈ ਕੇ ਇਹਨੇ ਲੱਖ ਆਪਾਂ ਤੋਂ ਕਰੋੜੀ ਮਲ ਵਰ ਦੇ ਗਏ। ਅਵਸਾਦ ਜਾਇ ਤੇ ਕਾਲ ਹੈ, ਹੋਰ ਚੱਕ ਗਿਆ ਤਾਂ ਉਦੋਂ ਇਹ ਨਹੀਂ ਪਤਾ ਫਸਾ ਗਿਆ ਜਾਲ ਚ, ਸਿਰ ਦੇਗਾ ਖੱਡ ਚ ਵੀ ਉੱਠੇ ਨਹੀਂ ਸਕਣਾ। ਤੋ ਗੁਰੂ ਰੂਪ ਸਾਧ ਸੰਗਤ ਅੱਗੇ ਚਾਲੇ ਪਾ ਦਿੱਤੇ। ਤਾਂ ਫਿਰ ਕੀ ਗੁਰਬਾਣੀ ਕਹਿੰਦੀ ਹੈ, ਮਾਇਆ ਹੋਏ ਨਾਗਣੀ ਜਗਤ ਰਹੇ ਲਪਟਾਏ, ਇਸकी ਜੋ किसी को फिर खाए। तो गुरु रूप सत्संग जी माया नागनी होके डंग मार दी, मनमुख बंदियां दे पढ़ो तारना सारी संगत। तैनू बिसरिया करतार जिंदे मेरी ਰਚਾ ਸੁਖ ਕਾਰਣੇ ਪਰਪੰਚ ਵਿੱਚੇ ਰਚਾ, ਸੁਖ ਨਾ ਨਾਮ ਮਿਲਣਾ, ਸੁਖ ਨਾ ਨਾਮ ਮਿਲ, ਸੁਖ ਨਾ ਨਾਮ ਬਿਨਾ ਮਿਲਤਾ, ਤੇ ਮਾਇਆ ਵਿੱਚ ਰਚਾ। ਭਰਤਰੀ ਜੀ ਬਰਾਗ ਸਤਕ ਵਿੱਚ ਲਿਖਦੇ ਹਨ, ਇਹ ਇਨਸਾਨ ਤੂੰ ਇਹ ਪ੍ਰਪੰਚ ਜਿਹੜਾ ਰਚਿਆ ਪਰਮੇਸ਼ਵਰ ਨੇ, ਇਹ ਸੁੱਖਾਂ ਦੇ ਕਾਰਨ ਸੀ, ਤੂੰ ਇਹਦੇ ਵਿੱਚ ਰਚ ਕੇ ਸਗੋਂ ਦੁੱਖਾਂ ਵਿੱਚ ਪੈ ਗਿਆ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੋ ਗੁਰੂ ਪਿਆਰਿਓ, ਭਗਵਾਨ
लक्ष्मी नूं कहंदा कहंदा एक गल दस, कार ज्यादा करते ने। और लक्ष्मी कहती तू की चीज़ा, तेरे तो मैं फौड़े 2 दिन च पवा दा। लक्ष्मी कहने लगी भगवान मेरा कम है। वो कहने लगा भलिए मैं सृष्टि रचनहार हाँ, पालनहार हाँ, तो तू की करेंगी? और कहनी मैं लक्ष्मी हाँ, मैं मायांगी, तेनों तो मैं जिहड़ी मर्जी कर सकती। भगवान नूं कहने लगी। कहला चंगा चल फिर तुम मैं पट्टी दिखा देना हुणे। जाके बहुत बड़े अमीर दे खूते बैठ गए। भगवान कहता तू चल मैं आना। कहती नहीं मैनू चलन दे पहला। तू कहता तू चल चंगा पहला। भगवान तोड़ दिते। लक्ष्मी उत्थे रह गई। खूते जाके चौंकड़ा मार के साधु का रूप धारिया भगवान ने बैठे। तो शाहूकार नूं पता लगे मेरे खूते कोई महापुरुष आए ने। सारा परिवार है, बच्चे कसलिया दे सब तुरे मत्था टेकन मैं महाराज महाराज करके बह गए जी। भगवान कहते दसो भगतो की मंगते हो, किमें आए? कहते महाराज जी तुसीं खेतां च बैठे हो, थोड़ी दित्ती दात रचना बहुत रची हुई है, चलो बिल्डिंगां विच ऐश करो मौजां करो। कहने लगा देख लो गल सुन लो भाई, जेड़े कमरे च मेरा जी करो उस कमरे च बैठू मैं अपनी मर्जी नाल जाऊंगा, चाहे 10 दिन रहा चाहे 20 दिन रहा, तुसीं मैनूं कढ नहीं सकते। वो कहंदे ठीक है महाराज, आही कारण जेड़े हुण पढ़ रहे हैं मेरा उसका हाल खुला है महाराज बैठो। तो एवं जो कमरा जा छांटिया बैठ गए भगवान जाके। तो उधरों विष्णु भगवान ने इशारा किया लक्ष्मी ने, कहना मैं शाहूकार के घर बैठा तो आ तेनों दिखावा 2 हाथ कही मेरी मर्जी चल सकती है। कहना कोई ना मैं आउनी। लै लिया सहेलियां गोलियां का रचना रच ली। उस खुते आ बैठे, सोने के प्रांत, सोने के गिलास, थाल, कौलियां, चमचे सब सोने के, जेड़े खूह चों पानी कढने डोल भी सोने के, जेड़े भांडिया च अज प्रशादा पका लिया खा लिया सोने, बाकी सड़ देना बड़े फर्क नाल होर रचना रच लेंगे। जब देखा नौकरा चाकरा ने भी कहने ये लाना किधरों आ गया, ये 4 चपेरे थाल थाल पे ने सोने दे ते रंग लगे पे ने, आप सेठ नूं दसांगे पहले आप अपना घर पूरा कर लीए। उन्होंने अपना जिन्नी रोड से चक लिया, बाकी शाहूकार नूं दसता कहना क्यों कमला होया बैठा पईयां फुल्ली जाने। खूते कि इहो जिहियां अपने खूते परियां आईयां ने भी जेड़े थाल सोने दे रोटी खा ली दूजे दिन होर ने मैं और रच के सड़ दिंदे ने परे। कौलियां चमचे भी सोने दे, डोल भी पानी कढण वाले सोने दे, चुल्हे भी सोने दे, कहते 2 दिन पट के सड़ दिंदे नਵੇਂ फेर बनाउंदे। बेईमाना वो देने देना दस्सिया। तुर पिया सेठ जी मगर परिवार चल पिया। जाके नमस्कार की। लक्ष्मी है तो भगवान के उपर दी गल। कहने माता महाराज जी तुसीं इत्थे बैठो खेतां च ते तुसीं रचनहार हो, तुसीं चलो बिल्डिंगां च बैठ के प्रशादा छकिया करो। उन्हें आख्या भी जिहड़े सोने के भांडे ने मीना कराया बहुत है, आप मकान इट्टां सोने दे बनावांगे, महाराज घरे चलो। हथ बने सारे परिवार खड़ा। कहने लगी गल सुन लै सेठा, मैं तेरे घर चल वड़दी जरूर, पर असीं फिर भी तैनूं पता साडा जामा किहड़ा है, जिहड़े कमरे च मेरा जी करूगा उस कमरे च रहूंगी मैं। वो कहदी अगे भी साडे संत बैठे ने, एक जिहड़ा उत्थे की पता लगदा कमरे किन्ने क पए ने। साडे भी जदों वेयर हाउस का पता ही लग्या होना कै कमरे ने, हले तुहानूं भी नहीं पता होना किन्ने कमरे ले, गिण के दस देना, कदे नहीं पता इन्हां कि साडे वेयर हाउस के किन्ने कमरे ने, किन्ने बार ने, किन्नियां चगाठां ने, कदे नहीं दस सकदे। वो कहते साडे तां बहुत वड्डी खेड है माता जी, चलो सी उत्थे बथेरे साधु बैठे ने। होर वो कहते चंगा चलो बचन ले ले, चूड़ा चढ़ता आगे कमरे ढूंढती फिरी जाती है, जिहड़े कमरे च भगवान बैठे साधु रूप धारे कि आ बेला कर दे। कहते देख माता जी ये बहुत महापुरुष बैठे ने, पूर्ण संत बैठे ने, रब का स्वरूप ने। वो भी बाकी देख सोने चगाठा लगियां ने, जिहड़ा मर्जी कमरा सांझ लो। कहती मैं सोना तो तेनों मैं ही दिता, तेरा पिया साडे कोले, मैं तो कमरा लेना है। तो कहने लगे तू 10 मिनट तो होर कमरे च बह जाओ। कहते नहीं हुणे वेला कराया से बात। जो अंदर गए बाहर खुले, महाराज नमस्कार किए। पाछो साधु तो समुद्र की तरह होंगे ने, दरिया की तरह होंगे ने, दुनिया नूं तार नहारे हो। सेठ कहने सच्चे पातशाह आ लागे का कमरा तो बहुत खुला है, सारा रंग भाग बच्चे पे ने, उत्थे सोने के चगाठा ने, तख्ते सोने के ने, देवी की सौ उस कमरे च बग चलो। तो कहने लग्या भी गल सुन लै मेरी, मैं तो शब्द पूरा करना इस घर च बह के। वो कहता तुसीं मान लो बचन। हो जा लक्ष्मी वो भगवान कन्ने बाणी का परिवार सारा मूँह कर दिंदा है, तो लक्ष्मी गलों झुटकी मार दी है भी चलिया हो तगड़ा हुण। तो आखन लगे महाराज जी तुसीं बचन मान लो, बाणी तेज जा हुंदा जाई जावे। आखन लगे महाराज जी गल सुन लो, बचन भी मन लईदा हुंदा है, तू जाने हूँ कि जाने हूँ। लक्ष्मी झाकी भगवान कन्ने पै गया हुण, वो तगड़ा हुण। तो आखन लग्या भी हीला कोई की करिए हुण। तो लक्ष्मी का जोर भर गया ज्यादा।
लोगों तो माया प्यारी है, साधन तो लोगों ने की लेना है। तो मत्था भी तां ही टेकदा महाराज गाहां नूं हत्थ जावे मगर नूं जांदा। हुण साध दा उत्थे की बट्टी रहेगा, हत्थ दा गाहां नूं माया नहीं करना हैगा ते साधा ने की करना हैगा। कहंदे महात्मा जी गल सुन लो, खड़े हो उठ के इसे वक्त ते तुहानूं बहुत करके संतां ने फड़ के बांह महाराज दी बाहर कढ़ता कमरे च। विष्णु भगवान उडारी मर गया ते लक्ष्मी अंदर अपने टिंड फोड़े रख के बैठ गई। कहंदे प्रशादा असीं आप ही बनावांगे, घंटा 2 घंटे साडे कोल सब बीबियां जी ने मेरे नाल भजन करना हुण असीं। किहदा कि विष्णु भगवान दा। कहंदे ठीक आ, सब चले गए ते भगवान दी मगरे लक्ष्मी चल पई, जा मिली न्याइयां च। कहंदी महाराज भज्जे को चाहना, हौली तां हो जाओ हुण माड़ा जिहा, तुसीं गर्दां ही वार दित्तियां, दम रख के चलो हुण। जदों मूहरे आ के घेर लिया, कहंदा क्यों? कहंदा बस तेरे भगतां तां पब चकाते मेरे, रब दा वास्ते फिर रब रूप नूं कोई नहीं जानदा, रब दा कड़ब हो जांदा। माया चाहिदा, रब तो किसी ने की लेना है। आओ सारे संगतां प्यार नाल धारना महाराज इउं कहंदे। धर्मराज ने बही दा लेखा मंगिया, फिर की जवाब देवेगा, कट के बही नूं लेखा मंगिया, फिर की जवाब देवेगा, लेखा मंगिया, फिर की जवाब देवेगा, कट के लेखा मंगिया, फिर की जवाब देवेगा। ਤੈਨੂੰ ਮਾਇਆ ਨੇ ਸਾਥ ਨਹੀਂ ਓ ਦੇਣਾ, ਰੱਬ ਨੂੰ ਸਾਰੇ ਕਾਸ ਤੋਂ ਆਇਆ ਨੇ ਸਾਥ ਨਹੀਂ ਓ ਦੇਣਾ, ਰੱਬ ਨੂੰ ਸਾਰੇ ਕਾਸ ਤੋਂ ਸਾਥ ਨਹੀਂ ਓ ਦੇਣਾ, ਰੱਬ ਨੂੰ ਸਾਰੇ ਕਾਸ ਤੋਂ, ਤੈਨੂੰ ਮਾਇਆ ਨੇ ਸਾਥ ਨਹੀਂ ਓ ਦੇਣਾ, ਰੱਬ ਨੂੰ ਸਾਰੇ ਕਾਸ ਤੋਂ। संगत के आखो सतनाम श्री वाहिगुरू जी। कहन लगे क्यों? कहंदा एक तां भगवान दो ते ये तां तेरे देख ले दो, ते फिर आ तेनों मैं अपना भगत भी विखावां। कहंदी तू भी दिखा लै, फिर ला लै चौप दे भगत दा गोडी, मैं ओहदी भी लवा दूंगी। वो कहना चंगा, फिर मेरा एक कबीर जला हैगा ते लोकां ने कपड़े कुपड़े जे बुन के दिंदा है, ओहदे कोल जाया एक बारी दर्शन दे के फिर मैनूं मिली आके। वो कहते जलाहां दा की पुगदा, मैं बड़े बड़े अमीर सिट ले, जलाहा की करूगा? तो चले गए, थोड़ा सूत चक लेना कि बाबा कबीर जी अपना काम करी जाता है, बाणी पढ़ी जाता, नाले कपड़ा बुनी जाता है। जाके आखन लगे जलाहिया सोहना जिहा रूप धार लिया। कहन लगी मेरा आ कपड़ा बुन दे एक तू। कहता रख दो माता जी, बुन दांगे। वो कहती गल नहीं है भी जिहड़ा मेरा कल नूं तू लग जे बुन, परसों नूं मैं ले जावां। कहता यह गल झूठ, मिलेगा नंबर 1 बारी तरह मिलेगा। अजे मेरे मूहरे 10-12 कपड़े बुनने वाले ने, उस तो बाद बारी लगेगी। वो कहती तू उन्होंने को 2-2 4-4 पाउंड पैसे लेंदा होवेगा रुपये, तो मेरे को तू बराबर सूद दे सोना ले लै, भी मेरा कपड़ा पहला बुन दे। कहता मैं 4 तोल दे, मैं ये मैनूं मंजूर नहीं है। तो वो अपना कपड़ा बुनी गया, बहुत कुछ लालच दिता, पर कबीर ने मन्निया नहीं है। फिर आर श्रृंगार ला के मोहनी रूप धार के ते डोला खवाउण वास्ते मूहरे उस दे नाच करन लग गई बाबा जी। वो अपना कपड़ा बुनी जांदा मस्त होया, ते जदों ना अपनी झांजर जी खड़काउण ते हटे, कदे इधरले पासे नचते चले जाना, कदे उधरले पासे चले जाने, बाबा जी अपना काम करी जाण। तो गुरु रूप साध संगत जी जदों ना मन्ने, वाहिगुरू याद करके कबीर ने पलक चक्की तां च करके, कोले चाकू पिया सी, जिन्हें कपड़ा कुपड़ा वढ़दा हुंदा सी, जौन लग्या उसने तिखा करना हौली हौली करी गया। कहना आ जा फिर लिया, किहड़े पैसे पूसे फड़ाउणे, फड़ा तेरा कल नूं कपड़ा बुन दूंगा।
ਜਦ ਬੈਠ ਕੇ ਪੈਸੇ ਗਿਣ ਲੱਗੇ ਸੋਨੇ ਦੀਆਂ ਮੋਹਰਾਂ, ਮਾਲਕ ਦੇ ਕੇ ਫੜ ਕੇ ਗੁੱਤ ਤੋਂ ਪਹਿਲਾਂ ਤਾਂ ਗੁੱਤ ਮੁੰਨ ਲਈ, ਫਿਰ ਜਲਕ ਦੇ ਕੇ ਨੱਕ ਵੱਢ ਲਿਆ ਇੱਥੋਂ, ਤੇ ਕੰਨ ਵੀ ਪੱਟ ਤੇ ਸਾਰੇ, ਕੰਨ ਵੱਟ ਦਿੱਤੇ, ਨੱਕ ਵੱਢ ਦਿੱਤਾ। ਭੱਜੀ ਝੰਗਾੜਾ ਮਾਰਦੀ ਭਗਵਾਨ ਕੋਲ ਨੂੰ, ਬੁੱਚੀ ਹੋਈ ਜਾਂਦੀ ਹੈ। ਭਗਵਾਨ ਕਹਿੰਦੇ ਕਿਉਂ, ਕੀ ਹਾਲ ਹੈ, ਝੰਗਾੜਾ ਮਾਰਦੀ ਆਉਣੀ ਹੈ? ਕਹਿੰਦੀ ਬਖਸ਼ ਲੈ ਰੱਬ ਦਾ ਵਾਸਤਾ। ਕਹਿੰਦੇ ਕਿਉਂ? ਕਹਿੰਦੇ ਨਾਕੋ ਕਾਟੀ ਕਾਨੋਂ ਕਾਟੀ ਕਾਟ ਕੂਟ ਕੱਟ ਡਾਰੀ। ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਕਹਿੰਦੀ ਇਹਨਾਂ ਸੰਤਾਂ ਨੇ ਤਾਂ ਮੇਰਾ ਰਾਟ ਪਵਾਤਾ, ਮੈਨੂੰ ਬਖਸ਼ ਲੈ। ਆਓ ਸਾਰੀਆਂ ਸੰਗਤਾਂ ਪੜੋ ਪਿਆਰ ਨਾਲ ਬਾਣੀ, ਇਉਂ ਕਹਿੰਦੀ ਹੈ। ਨਾਮ ਬਿਨਾ ਨੀ ਤਰਨਾ ਬੇੜਾ, ਨਾਮ ਤੋਂ ਬਗੈਰ। ਨਾਮ ਬਿਨਾ ਨੀ ਤਰਨਾ ਬੇੜਾ, ਨਾਮ ਤੋਂ ਬਗੈਰ। ਤਰਨਾ ਬੇੜਾ, ਨਾਮ ਤੋਂ ਬਗੈਰ। ਨਾਮ ਬਿਨਾ ਨੀ ਤਰਨਾ ਬੇੜਾ, ਨਾਮ ਤੋਂ ਬਗੈਰ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਕਹਿਣ ਲੱਗੇ ਫਿਰ ਹੁਣ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਚੇਨ ਨੂੰ ਅੱਗੇ ਵਰਗੀ ਬਣਾਓ, ਮੈਂ ਤੇਰੀ ਲక్ష్ਮੀ ਆ। ਕੀ ਹੋ ਗਿਆ, ਤੇਰੇ ਭਗਤਾਂ ਨੇ ਮੇਰਾ ਹਾਲ ਕਰ ਦਿੱਤਾ। ਤੇ ਰਚਨਹਾਰ ਪਰਮੇਸ਼ਰ ਤੇ ਆ ਖੁਦ ਕੌਂਤ ਕਰ ਰਚਿਆ ਸੀਗਾ। ਕਹਿੰਦਾ ਇੱਕ ਹੋਰ ਦਿਖਾਵਾਂ ਭਗਤ ਦੇਖਣਾ। ਕਹਿੰਦੀ ਉਹ ਵੀ ਦਿਖਾ ਲੈ, ਦੇਖਾਂਗੇ। ਗਰਵਦਾਸ ਭਗਤ ਜੀ ਚੌਂਕੜਾ ਮਾਰੀ ਬੈਠੇ ਨੇ, ਇੱਕ ਟੁੱਟੀ ਜੀ ਕੁੱਲੀ ਪਾਈ ਹੋਈ ਹੈ, ਇੱਕ ਗਊ ਰੱਖੀ ਹੈ ਕਪਲਾਂ ਦੁੱਧ ਪੀਣ ਵਾਸਤੇ। ਗਰੀਬੀ ਦਾ ਬਹੁਤ ਜ਼ੋਰ ਹੈ ਥਾ। ਚਲੇ ਗਏ ਗਾਹਾਂ ਬਾਬਾ ਕਬੀਰ ਜੀ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀਆਂ ਕਰਦੇ ਨੇ। ਐਸੀ ਲਾਲ ਤੁਝ ਬਿਨ ਕਵਨ ਕਰੇ, ਗਰੀਬ ਨਵਾਜ ਗੁਸਈਆਂ ਮੋਰੇ ਮੱਥੇ ਛਤਰ ਤਰੇ, ਕਦੋਂ ਹੋਣਗੇ ਦਤਾਰੇ ਨਮਾਣੀ ਜਿੰਦੜੀ ਨੂੰ। ਪੜੋ ਕਦੋਂ ਹੋਊਗਾ ਦਦਾਰਾ ਜੀ ਨਮਾਣੀ ਜਿੰਦੜੀ ਨੂੰ, ਹੋਊਗਾ ਦਦਾਰਾ ਜੀ ਨਮਾਣੀ ਜਿੰਦੜੀ ਨੂੰ, ਹੋਊਗਾ ਦਦਾਰਾ ਜੀ ਨਮਾਣੀ ਜਿੰਦੜੀ ਨੂੰ, ਹੋਊਗਾ ਦਦਾਰਾ ਜੀ ਨਮਾਣੀ ਜਿੰਦੜੀ ਨੂੰ। ਹੋਊਗਾ ਦਦਾਰਾ ਜੀ ਨਮਾਣੀ ਜਿੰਦੜੀ ਨੂੰ, ਹੋਊਗਾ ਦਦਾਰਾ ਜੀ ਨਮਾਣੀ ਜਿੰਦੜੀ ਨੂੰ, ਹੋਊਗਾ ਦਦਾਰਾ ਜੀ ਨਮਾਣੀ ਜਿੰਦੜੀ ਨੂੰ, ਹੋਊਗਾ ਦਦਾਰਾ ਜੀ ਨਮਾਣੀ ਜਿੰਦੜੀ ਨੂੰ। ਹੋਊਗਾ ਦਦਾਰਾ ਜੀ ਨਭਾਗਣ ਜਿੰਦੜੀ ਨੂੰ, ਹੋਊਗਾ ਦਦਾਰਾ ਜੀ ਨਮਾਣੀ ਜਿੰਦੜੀ ਨੂੰ, ਹੋਊਗਾ ਦਦਾਰਾ ਜੀ ਨਮਾਣੀ ਜਿੰਦੜੀ ਨੂੰ, ਹੋਊਗਾ ਦਦਾਰਾ ਜੀ ਨਮਾਣੀ ਜਿੰਦੜੀ ਨੂੰ। ਐਸੀ ਲਾਲ ਤੁਝ ਬਿਨ ਕਵਨ ਕਰੇ, ਗਰੀਬ ਨਵਾਜ ਗੁਸਈਆਂ
मोरे मथे छत्र तरे, जाकी छोत जगत को लाग्या तां पर तू ही डरे। मैं गरीब हाँ, डरदा मेरे को भी छोत लग जाए, मैंने पिट चढ़ जाए तां ही नहीं मेरे को आउंदा। ते बड़े बड़े पापियों नूं तारी जाने, गरीब दी बारी कदों आऊगी। संगतां गज के आखो सतनाम श्री वाहिगुरू। जे परमेश्वर कोलों गुरु नानक के द्वारे तो कोई चीज़ मंगनी है तो इहो जे बन के मंगया करो। नमाणे निताणे निओटे नपत्ते ने आसरे बन के दर ते आके अरदास करिए, बड़े बन के अरदास नहीं करी नहीं पाई। तो गुरु प्यारे हो, ये बेनतियां करते रहे। आखिरकार नूं अरदासां पहुंचियां, भगवान नूं चौकीदारां वांगू जाना पिया। उत्थे पुल्ली मूरे पलकां जोड़ के भगवान के चरण च अरदास करदे। लक्ष्मी ते भगवान दोनों चले गए। सह महाराज चे पातशाह बैठे रहे, पलकां नहीं पट्टियां। आखले भगवान रविदास भगत असीं आ गए बई, तो पलकां पट। दर्शन करके मन खुशी बचाया, अखां च अथरू है बराग दे। उतर गया मेरे मन का संसार जब तेरा दर्शन पाया। गरीब नवाज आपने बड़ी अपार बख्शिश की है। ते अंदर जाके बराग विच बरलाव किया है कालपुरख। मैं हैरान हाँ, अज मेरे द्वारे चतुर्भुजी भगवान बैठे ने और मेरी छप्पर विच विष्णु भगवान जी आए ने। तो गुरु रूप साह जी भगवान का फर्ज है, जो संसार की रचना रची है, जरले जरले विच ओहदा स्वरूप है, हर थां निगाह मारदा है भगवान। ते भगवान रविदास नूं कहण लग्या, कहना गल सुन भी, तू कितना याद करदा, तेरे कोल असीं आए हाँ, तैनूं बहुत चुर गया बरलाव करदे नूं। ना थानू दा दुध पुछिआ, ना पानी पुछिआ, ना प्रशादा पुछिआ, ना साडा कोई स्वागत कीता है। वाहिगुरू सच्चे पातशाह गरीब नवाज, मेरी सोचने शक्ति तेरे बराग विच खत्म होई पई है। मैं सोच ही नहीं सकता की सोचां, मैनूं पता ही नहीं मैं की सेवा करां तुहाडी। तेरे विछोड़े विच मेरा सब कुछ ही खत्म होया पिया। मैनूं यही पता नहीं है, हम सर दीन दयाल ना तुम सर, मैनूं कोई सार नहीं तेरी, अज मैं की करा। हम सर दीन दयाल ना तुम सर, आप पति यार क्या कीजिए। पातशाह मेरे ते कृपा करो, मैं दसो मैं की करा। मैनूं तो यही पता नहीं लगता भी मैं बैठा कित्थे, बदे मन होया पिया। आप पति यार क्या कीजिए, बचनी तोर मोर मन माना है, जन को पूर्ण दीजा है। पहला मेरे सिर ते मेहर पर हाथ धरो, पूर्ण कृपा करो कि मैं तेरे दर्शन किए ने, तेरे को मंगण जोगा कुछ हो जावां। तो गुरु रूप सत्संगत जी, बचनी तोर मोर मन माना, जन को पूर्ण दीजा है, हाँ बल बल जाऊं रवैया कारने। सच्चे पातशाह कारण कबन ओ बोल। पहले तो यह दसो मैं बलिहार जावां, तुसी आके मैनूं घर दर्शन दे, तेरे पढ़ो सारी संगत प्यार नाल बनी है। किस वेद दर्शन हो गए मैं बलिहारी जावा, किस वेद दर्शन हो गए मैं बलिहारी जावा, हो गए मैं बलिहारी जावा, दर्शन हो गए मैं बलिहारी जावा।
ਤਾਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਦਰਸ਼ਨ ਸੰਭਾਲਣੇ ਹੀ ਔਖੇ ਨੇਗੇ, ਕਿੱਡੀ ਡੂੰਘਾਈਦਾਰ ਗੱਲ ਹੈ। ਦਰਸ਼ਨਾਂ ਦੀ ਲੋੜ ਹੈ। ਜੇ ਦਰਸ਼ਨ ਹੋ ਜਾਣ ਭਗਵਾਨ ਦੇ, ਕਿਸੇ ਸਤਪੁਰਸ਼ ਦੇ, ਕਿਸੇ ਭਾਗਾਂ ਵਾਲੇ ਜੀ ਦੇ, ਦਰਸ਼ਨਾਂ ਦੀ ਸੰਭਾਲ ਕਰਨੀ ਔਖੀ ਹੈ। ਦਰਸ਼ਨ ਤਾਂ ਮੇਰੇ ਪਾਤਸ਼ਾਹ ਚੋਜੀ ਪ੍ਰੀਤਮ ਨੇ ਅਨੂਪ ਕੌਰ ਬੇਸਬਾ ਨੂੰ ਵੀ ਦਿੱਤੇ ਜਾ ਕੇ। ਮੇਰੇ ਚੋਜੀ ਪ੍ਰੀਤਮ ਸੋਹਣਾ ਮੁਖੜਾ, ਦੇਸ਼ ਦੇ ਸੇਵਾਦਾਰ, ਸੰਤ ਸਿਪਾਹੀ, ਸਰਬ ਕਲਾ ਸਮਰੱਥ, ਲਾਗੇ ਜੂ ਵਿੱਚ ਆ ਬੈਠੇ। ਬੇਸਬਾ ਨੂੰ ਪਤਾ ਲੱਗਿਆ ਕਿ ਜਿਹਨੂੰ ਗੋਬਿੰਦ ਸਿੰਘ ਕਹਿੰਦੇ ਹਨ, ਉਹ ਪਠਾਨ ਹਕੂਮਤ ਸੀ ਉਹਨਾਂ ਦੀ। ਪਾਤਸ਼ਾਹ ਚੋਜੀ ਪ੍ਰੀਤਮ ਦੇ ਮਗਰ ਉਸ ਹਕੂਮਤ ਨੇ ਰਾਤਾ ਵੀ ਇਸ ਨੂੰ CID ਬਣ ਕੇ ਚਲੇ ਗਏ। ਚੋਜੀ ਪ੍ਰੀਤਮ ਦੇਖ ਕੇ ਹੱਸ ਪਏ। ਸਿੰਘਾਂ ਨੂੰ ਆਖਣ ਲੱਗੇ, ਦੇਖੋ ਮਨੁੱਖੋ, ਮਹਾਂਪੁਰਸ਼ ਆ ਰਹੇ ਨੇ ਭਾਈ। ਤੋ ਧੋਤੀਆਂ ਪਾਈਆਂ ਜ਼ਰੂਰ, ਸਾਧੂਆਂ ਵਾਲਾ ਬਾਣਾ, ਦਸਤਾਰਾਂ ਵੀ ਸਜਾਈਆਂ, ਚੋਲੇ ਵੀ ਸਾਧੂਆਂ ਵਾਲੇ ਪਾਏ, ਪਰ ਮਨ ਦੇ ਅੰਦਰ ਠੱਗੀ ਹੈ, ਮਨਸ਼ਾ ਵਿੱਚ ਪਾਪ ਹੈ। ਜੇ ਗਾਤਰੇ ਕਿਰਪਾਨ ਪਾ ਲਈ, ਕੰਘਾ ਟੰਗ ਲਿਆ ਸਿਰ 'ਚ, ਸਿੱਖੀ ਧਾਰਨ ਕਰ ਲਈ, ਮਨ ਦੇ ਅੰਦਰ ਠੱਗੀ ਮਾਰਦਾ ਹੈ, ਤੇ ਕੀ ਪਰਮੇਸ਼ਰ ਸੁੱਤਾ ਪਿਆ? ਭੁੱਲੀ ਮਾਲਣੇ ਫੁੱਲ ਤੋੜੀ ਨਾ, ਸਤਿਗੁਰ ਜਾਗਦਾ ਹੈ ਲਿਓ। ਭਗਵਾਨ ਕਿਤੇ ਸੁੱਤਾ ਪਿਆ ਜਾਂ ਜਾਗਦਾ ਹੈ? ਤੇਰੇ ਪਾਤਸ਼ਾਹ ਕਹਿੰਦੇ ਜਾਗ ਲਿਓ ਰੇ ਮਨ, ਜਾਗ ਲਿਓ, ਕਾ ਗਾਫਲ ਸੋਇਆ। ਇਹ ਤੂੰ ਸੁੱਤਾ ਪਿਆ, ਉੱਠ ਖੜ ਨਾਮ ਜਪਿਆ ਕਰ। ਮਹਾਰਾਜ ਨੇ ਜਾ ਕੇ ਬੇਨਤੀ ਕੀਤੀ, ਪਾਤਸ਼ਾਹ ਕਿ ਸਾਡੇ ਗੁਰੂ ਇਸ ਨਗਰ ਵਿੱਚ ਆਏ ਹੋਏ ਨੇ, ਆਪ ਦੇ ਸੋਹਣੇ ਦਿਦਾਰੇ ਦੇ ਦਰਸ਼ਨ ਮੰਗਦੇ ਨੇ, ਕਿਰਪਾ ਕਰਕੇ ਦਰਸ਼ਨ ਦੀਜੀਏ, ਦਰਸ਼ਨ ਦੀਜਿਏ ਖੋਲ ਕੇ ਬਾਹਰ। ਮਹਾਰਾਜ ਹੱਸ ਕੇ ਕਹਿਣ ਲੱਗੇ, ਚਲੋ ਵੀ ਚਲੇ ਸਿੰਘੋ। ਕਹਿੰਦੇ ਮਹਾਰਾਜ ਤੁਸੀਂ ਹੋ ਜਾਇਓ, ਸਾਨੂੰ ਤਾਂ ਗੱਲ ਕਿਵੇਂ ਕਿਵੇਂ ਲੱਗਦੀ ਆ। ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਸਾਡਾ ਕੁਝ ਨਹੀਂ ਵਿਗੜਦਾ। ਜੇ ਘੜਾ ਭੰਨ ਦਈਏ, ਘੜੇ ਵਿੱਚ ਸਰੂਪ ਦੇਖੋ, ਆਕਾਸ਼ ਵੀ ਦਿਖੇਗਾ, ਤੁਹਾਡਾ ਸਰੂਪ ਵੀ ਦਿਖੇਗਾ। ਜੇ ਘੜਾ ਭੰਨਦੀ ਹੈ, ਆਕਾਸ਼ ਨਹੀਂ ਫੁੱਟਦਾ ਹੁੰਦਾ ਕਦੇ ਵੀ। ਘੜਾ ਫੁੱਟ ਜੇ ਤਾਂ ਜਿਹੜਾ ਵਿੱਚ ਮੂੰਹ ਦਿਖਦਾ ਉਹ ਨਹੀਂ ਫੁੱਟਦਾ, ਉਹ ਵੀ ਹਾਜ਼ਰ ਰਹੇਗਾ, ਘੜਾ ਫੁੱਟ ਜਾਵੇਗਾ। ਮੇਰੇ ਚੋਜੀ ਪ੍ਰੀਤਮ ਚਲੇ ਗਏ, ਅੰਦਰ ਗਏ। ਬਹੁਤ ਸੋਹਣਾ ਪਲੰਗ ਢਾਹਿਆ ਹੋਇਆ ਪਾਤਸ਼ਾਹ ਦਾ। ਸੱਚੇ ਪਾਤਸ਼ਾਹ ਨੂੰ ਪਲੰਗ ਤੇ ਬਹਾ ਦਿੱਤਾ। ਦਰਸ਼ਨ ਤਾਂ ਜਾ ਦਿੱਤੇ ਨਾ ਪਾਪਣ ਨੂੰ, ਚਲੇ ਗਏ ਪਾਪਣ ਦੇ ਘਰ। ਤਾਂ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਲਿਵ ਜੋੜੇ ਸਿਮਰਨ ਕਰਦੇ ਹਨ, ਬਾਣੀ ਪੜ੍ਹੇ ਜਾਂਦੇ ਹਨ। ਦੂਜੇ ਕਮਰੇ 'ਚ ਗਏ, ਸਾਰੇ ਵਸਤਰ ਉਤਾਰ ਕੇ, ਦੂਜਾ ਸ਼ਿੰਗਾਰ ਪਹਿਨ ਕੇ, ਚੋਜੀ ਪ੍ਰੀਤਮ ਕੋਲੇ ਦੁੱਧ ਦਾ ਛੰਨਾ ਭਰ ਕੇ ਲੈ ਆਏ। ਮਹਾਰਾਜ ਦੁੱਧ ਪੀਆ। ਮਹਾਰਾਜ ਸੋਚਦੇ ਨੇ ਵੀ ਦੇਖੋ ਕਮਾਲ ਦੀ ਗੱਲ ਹੈ, ਹੁਣ ਸਾਧੂ ਬਣੇ ਫਿਰਦੇ ਸੀਗੇ ਤੇ ਹੁਣ ਕੀ ਬਾਣਾ ਪਾ ਕੇ ਆ ਗਏ। ਜੇ ਪਾਤਸ਼ਾਹ ਕਹਿਣ ਲੱਗੇ ਲਿਆਓ ਛਕ ਲੈਂਦੇ ਆ, ਸਾਨੂੰ ਕੀ ਫਰਕ ਪੈਂਦਾ ਹੈਗਾ। ਪਾਤਸ਼ਾਹ ਦੁੱਧ ਦਾ ਛੰਨਾ ਮੌਜ ਨਾਲ ਪੀ ਗਏ। ਉਹ ਤੇ ਬਾਅਦ ਅਨੂਪਾ ਦੇ ਮਨਸ਼ਾ ਅੰਦਰ ਪਾਪ ਆਇਆ। ਸਾਹਿਬ ਮਹਾਰਾਜ ਨੇ ਸਿਰ ਤੇ ਹੱਥ ਧਰ ਦਿੱਤਾ, ਆਖਿਆ ਕਹੋ ਭਾਈ ਸਤਨਾਮ ਵਾਹਿਗੁਰੂ, ਕਹੋ ਭਾਈ ਬੀਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 5 ਵਾਰੀ ਖਾਇਆ। ਬੇਸਵਤ ਸਤਿਗੁਰ ਦੇ ਚਰਨਾਂ ਦੇ ਛੱਡ ਗਈ। ਔਗਣਹਾਰੇ ਦੀ ਬੇਨਤੀ ਸੁਣੋ, ਗਰੀਬ ਨਵਾਜ ਆ ਧਾਰਨਾ ਪੜੀ, ਸਾਰੀਆਂ ਸੰਗਤਾਂ ਪੜੋ ਪਿਆਰ ਨਾਲ। ਲੇਖੇ ਵਿੱਚ ਲਾ ਲੋ ਜੀ ਪਾਪਣ ਜਿੰਦੜੀ, ਪਾਪਣ ਜਿੰਦੜੀ, ਲੇਖੇ ਵਿੱਚ ਲਾ ਲੋ ਜੀ ਪਾਪਣ ਜਿੰਦੜੀ, ਪਾਪਣ ਜਿੰਦੜੀ, ਲਾ ਲੋ ਜੀ ਪਾਪਣ ਜਿੰਦੜੀ, ਪਾਪਣ ਜਿੰਦੜੀ, ਲੇਖੇ ਵਿੱਚ ਲਾ ਲੋ ਜੀ ਪਾਪਣ ਜਿੰਦੜੀ, ਪਾਪਣ ਜਿੰਦੜੀ। ਮੇਰੇ ਸਤਿਗੁਰੂ ਨੂੰ ਮੈਂ ਝੂਠਾ ਨਹੀਂ ਕਹਿ, ਮੈਂ ਗਲਤੀ ਕਰ ਗਿਆ। ਜਾ ਕੇ ਖੇਤਾਂ 'ਚ ਪੈ ਗਿਆ ਤੇ ਪੰਡਤ ਜੀ ਕੋਲ ਗਏ। ਸਮਾਂ ਪਾ ਕੇ ਲੜਕਾ ਹੋ ਗਿਆ, ਬਹੁਤ ਸੁੰਦਰ ਮਹਾਂਪੁਰਸ਼ਾਂ ਦੇ ਬਚਨਾਂ ਦਾ ਸੁਪੁੱਤਰ। ਤੇ ਜਦੋਂ ਉਡਾਰ ਅਵਸਥਾ 'ਚ ਹੋਇਆ, ਕਹਿੰਦੇ ਚਲੋ ਆਪਾਂ ਪੰਡਤ ਜੀ ਨੂੰ ਦੱਸੀਏ ਤੇਰੇ ਜੰਤਰੀ ਕਿੱਧਰ ਗਈ, ਲੜਕਾ ਤਾਂ ਸਾਡੇ ਹੋ ਗਿਆ। ਜਦੋਂ ਗਿਆ ਉੱਥੇ ਜਾ ਕੇ ਪਹਿਲੀ ਪੋਲੀ ਮੱਥਾ ਟੇਕਿਆ, ਨਮਸਕਾਰਾਂ ਕੀਤੀਆਂ। ਆਖਣ ਲੱਗੇ ਮਹਾਰਾਜ ਸਾਡੇ ਘਰ ਦਾ ਸੁਪੁੱਤਰ ਹੋ ਗਿਆ। ਉਹਨੇ ਜੰਤਰੀ ਦੇਖੀ, ਕਹਿੰਦਾ ਜੰਤਰੀ ਤਾਂ ਕਿਤੇ ਲਿਖਿਆ ਹੋਇਆ ਹੈ ਨਹੀਂ, ਇਹ ਕਿੱਥੋਂ ਹੋ ਗਿਆ ਹੈ। ਫਿਰ ਅਗਮਤਾ ਦੀ ਚੀਜ਼ਾਂ ਨੂੰ ਕੌਣ ਰੋਕ ਸਕਦਾ ਹੈ। ਕਹਿੰਦੇ ਚਲੋ ਦਿਖਾਓ। ਕਹਿੰਦੇ ਬਖਸ਼ਿਆ ਕਿਹਨੇ ਹੈ? ਕਹਿੰਦੇ ਗੁਰੂ ਦਾ ਸਿੱਖ ਹੈ ਕਮਲਿਆ, ਉਸਨੇ ਬਖਸ਼ਿਸ਼ਾਂ ਕੀਤੀਆਂ ਨੇ। ਕਹਿੰਦੇ ਚਲੋ ਦਿਖਾਓ ਸਾਨੂੰ।
गाँव के पाटे झुग्गा पाया होया ते पाटे साफा बन्या होया, बाल जे खिलरे हुए, अकाल पुरख नाल लिव लगी, खाल के बट के सिर पर भी पुंजो ही पे। कहते जी ओ पे ने महापुरुष, उन्होंने सानू पुत्र की दात बख्शी है। कहते तुसी मूर्खता नहीं हो गए, ये पुत देने वाला है, ये तो ठग है रहा। और मैं पंडिता, मैं जोस्तियां, मैं विद्वान हाँ, तुसी बाजो जे बचा जाता जो सुनहरी समा हैगा, ये पुत्र देने वाला है। इन्हू झुग्गा नहीं मिलता पाउण नूं, सिर ते पग नहीं, पैरों जोड़ा नहीं, ये पुत्र देने वाला है। कहता नहीं महाराज इन्होंने बख्शिया, हुण तुसीं गाह ना वधिओ, असीं इस तों वध निंदा नहीं चल सकते। तो गुरु रूप सतसंगी जी लागे चले गए, गुस्से में आके पंडित ने लत्त मारी उहदे इत्थे पिठे च। कहता उठ होए बड्डिया नगौरिया पुत देने वाले, बैठा उठ के। जब पलकां पट्टियां, कहता वाह भाई वाह, इस काके की उम्र कहना 40 साल की। तो उन्हें गुस्से जाके पंडित ने एक लत्त होर मारी, कहता इस मुंडे की उम्र 60 साल की। उन्हें सोचा में पै गया भी की करी जाता कमला ये। उन्हें गुस्से जाके तीजी लत्त फेर मारी, कहना 80 साल की। तो गुरु रूप साध संगत जी ये साधुआ निशानियां नहीं ते अपना आपा तजा बच्चों जी नम्रता है वो छड़ी नहीं है। उन्होंने रब सुनता है, फिर हट गया। फिर कहना भी बेनती करी उठ के महाराज सिख ने कमलीए ने, कहना पंडित जी एक बेनती सुन लो। कहना की गल? कहना छोटी जी लत्त एक होर मार दे, मुंडा 88 साल का हो जाएगा, 8 साल होर दे दी आप। कहता तू मूर्ख है, लत्तां नाल उम्र वधदी हुंदी है। कहना साडे लत्तां नाले वधदी है। तो कहना जा जंतरी देखी, जंतरी के उपर के अरशी अखर पे पे ते 80 साल की उम्र उस बच्चे की लिखी पई। गज के आखो सतनाम श्री वाहिगुरू। पंडित जी चरनी गिरदे, महाराज सच्चे पातशाह तुसीं तां महापुरुष हो। वो अवज्ञानता का जो जाला उतर के मोती है ना वो ले गया। ये 2 प्रकार का जाला है। एक तो वैसे अखां के उपरों जाला उतरे होना है, मोतिया उतर होना है, फुले पै जाते हैं, उन्होंने डॉक्टर ऑपरेशन करते हैं। एक अवज्ञानता का जाला है, मोतिया उतर होना है, उन्होंने संतां महाराज महापुरुषों ने फिरते होंगे ने, उत्थे ऐश करते होंगे ने, उन्होंने गुरुआं नाल फिरते होंगे 10वें पातशाह वर्गियां नाल। ते उत्थे जो फिर अवज्ञानता ने सिमरन करना ना, भजन करना ना, सेवा करनी ना, तो अवज्ञानता का मोतिया उतर होना। गुरु जे नहीं मारता फिर पारोपकारियों चो नौ निकल जाएगा। कमले नाल जा लिया बच्ची ना कमलिया, जंतरिया ने बाज कर जा के खड़ा लिया उत्थे। कहना भाई गुरमुखा हाथ बनी जाता, मिठी मिठी जहर दई जाता। कहना गुरमुखा तेनों की घाटा पैंदा भला, जे इसका सुपुत्र 88 साल का हो जाए भलिया लोका, तेनों को घाटा पैंदा, उधर लत्त मार दे। हुण जो उधर देगा उधर पारोपकार है, जे उधर लत्त मार दे फिर मुड़ डुड पैण का खतरा है। सोचां च पै गया। और कहना सच्चे पातशाह जो जाने तो तार स्वामी, ते जिको थोड़ा चित करदा उको तारो, मैनू नहीं पता सच्चे पातशाह। फकरां दी खेड नूं कौन जानदा, सारियां संगतां पढ़ो। हरे बेने मस्जिद बाने ना मुंडिया चरिया लोरा, रहंदे ने मस्जिद बाने ना मुंडिया चरिया लोरा, मुंडिया चरिया लोरा, रहंदे ने मस्जिद बाने ना मुंडिया चरिया लोरा।
वाले अनहद वाजे, अनहद वाजे कद बजणगे जे नगारे ते टकोर लगे, नगारा खड़कदा है। बाजी वाले अनहद बाजे जद नाम दियां आत्मा ते टकोरां लगणगियां, आपे चुनकार बाजे बजणगे। गज के आखो सतनाम श्री वाहिगुरू। सतगुरु आपे दर्शन देणगे। चंद चकोर प्रीत हाय लाए तार निहाले, चक भी सूरज हेत है मिल होण सखाले। गुण प्यारिओ, जदों चकोर वर्गी प्रीत हो जाएगी तो फिर अकाल पुरख ते तो दूर नहीं है, तेरे नेड़े ही है। तेरी आत्मा कमजोरी है, रब साधुओं की करी नहीं मोड़दा। साधु ने प्यारे रब नूं पढ़ो प्यार। रब साधुओं की करी नहीं मोड़दा, साधु ने प्यारे रब जीना करे भी रब मोड़दा, साधु ने प्यारे रब सेवक ने कर दी कमलिया ने, पर गुरु पंचम पातशाह ने प्रमाण कर ली। फिर समा किनू मिल गया? आओ उत्थे आ गई गल। फिर मुड़ के चुगल में फिर समा मिल गया। जा गुरु पंचम पातशाह के चरणों च बेनती की, महाराज तेरे एह जे सिख वो तो कहते संगतां जाके नाम जपदे गुरु बन बन बहंदे ने, तुसीं तां कह भी तेरे कर्मां च पुत्र की दात है ही नहीं। तो तेरे कमली सिख ने पुत्र बख्शदा, नाले 80 साल की उम्र लिखती। आ तुहाडीआं करियां नूं ढाउण वाले तेरे सिख ते तुसीं झूठे, तेरे गुरसिख सच्चे। पर किहड़ा मूँह मारा सच्चे? सतगुरु कहंदे ने सच्चा सतगुरु कहंदे हन आ देख तेरे कमली सिख का काम कीता होया। ते कहण लगे महाराज उन्होंने 2-4 दिन ये गल कहने भाई अच्छा माड़ा काम कराया उन्होंने, उन्हें रब की करी नहीं मोड़नी, साड़ी करी तो की थी, बहुत माड़ा काम किया। वो दुना चाह नहीं जावे, कहते कोई ना फिर उन्होंने लाने ही पऊगा भाई इतों, फिर उन्होंने घोरना ही पऊगा इतों। तो मैंने तो लग्या कच्छा बचाउण, मेरे 76 पई खड़े ने कमलिए दे। तो जो बाहला तहां जा चढ़िया, स्पीड बढ़ गई निंदिया की। महाराज कहना भाई गुरमुखा निंदा नहीं करनी होंगी, वो जे असी वो कमलिए ने नहीं दिता पुत्र भाई, वो तो असी अरदास की थी, वो मूहों तो होना सी। कमलिए नूं भाई कौन सियाणदा जे उन्होंने पर अकाल पुरख दा नजरा ना होना। तो इन्ने कमलिया जी आ गए, सतगुर के चरणों च बेनती की, नमस्कार की। हम गरीब ढह पिया द्वारे हर मेल लो वडियाई। पातशाह ने बुक्का च लैके प्यार दिता। आखन लगे भाई वो जरा कमाई ने सुपुत्र बख्शिया तो किड्डा हो गया। कहना महाराज मैं कहना बख्शेगा, तो तुसी बख्शिया सीगा, थोड़ा नाम लेके अरदास की असी तो महाराज। तो महाराज जे पातशाह मिट्टी ना लिबड़िया आया, महा लिबड़िया गौर च लैके अदला हाथ चुम लेंदे ने, कदे मत्था चुम लेंदे, प्यार दई जांदे ने। निंदक पजारा तुरे खड़ा, कहते कमाल की गल हो गई, मेरे तो 5-7 दिन लाया इवें गए, तो मैं तो जोर लाया हड्डियां चक चक के, ये तो उदू भी ज़्यादा प्यार मिली जाता है। तो फिर पातशाह चरणों च बेनती कि सच्चे पातशाह जिको इनू प्यार दिता मैनू भी बख्श दो तू। कहता एक तेन तो 7 जन्म नहीं मिलता, जो सास बिना मृतक की लोथा। तो ऐस तक है जिको कि लोथ पई हुंदा, लोथ नूं की तारना है? गुरमुखा निंदक दा मुंह काला हुंदा है। निंदक सो जो निंदा सार, निंदक डुबे हम उतरे पार, निंदा पले किसे की नाही। मन मुख मुग्ध करन मुंह काले ते निंदका नरकी घोर भवन। सोने दे भांडे बिना
ਛੀਣੀ ਦਾ ਦੁੱਧ ਨਹੀਂ ਰਹਿ ਸਕਦਾ। ਪਟਿਆਲੇ ਤੁਹਾਡੇ ਦੇ ਸ਼ੇਰ ਹੈਗੇ ਤੇ ਲੰਡਨ ਮੈਂ ਦੇਖ ਕੇ ਆਇਆ ਇੱਕ ਦਿਨ, ਕਦੇ ਉਹਨੂੰ ਤੇ ਪ੍ਰਤਿਆ ਕੇ ਤੁਸੀਂ ਸ਼ੇਰ ਦਾ ਛੀਣੀ ਦਾ ਦੁੱਧ ਮੰਗਾ ਲਿਓ, ਤੁਸੀਂ ਪਿੱਤਲ ਦੇ ਭਾਂਡੇ 'ਚ ਪਾ ਲਿਓ, ਕਾਂਸੀ ਦੇ ਭਾਂਡੇ 'ਚ ਪਾ ਲਿਓ, ਤਾਂਬੇ 'ਚ ਪਾ ਲਿਓ, ਮਿੱਟੀ 'ਚ ਰਹਿਣਾ ਕਿ ਬਿਜਲੀ ਨਿਕਲ ਜੂਗਾ, ਰਹਿ ਨਹੀਂ ਸਕਦਾ, ਜ਼ੋਰ ਲਾ ਲਿਓ। ਸੋਨੇ ਦੇ ਕਟੋਰੇ ਵਿੱਚ ਛੀਣੀ ਦਾ ਦੁੱਧ ਰਹਿ ਸਕਦਾ ਹੈ। ਕਈ ਕਹਿੰਦੇ ਮੈਂ ਨਾਮ ਜਪਦਾ, ਮੈਂ ਸਿਮਰਨ ਕਰਦਾ, ਜਿੰਨਾ ਤੱਕ ਸੋਨੇ ਵਰਗੀ ਆਤਮਾ ਨਹੀਂ ਰਹਿੰਦੀ ਹੈ 800 ਸਾਹਿਬ ਦੇ ਪਾਠ ਕਰੀ ਜਾ ਅੱਖਾਂ ਮੀਚ ਮੀਚ ਕੇ। ਜਦੋਂ ਨੂਰੇ ਮਾਹੀ ਦੇ ਲੋਟੇ ਵਾਂਗੂ ਤਾਂ ਗਲੀਆਂ ਹੋਈਆਂ ਪਈਆਂ ਨੇ ਵਿੱਚ ਨਿੰਦਿਆ ਦੀਆਂ, ਤੇ ਨਾਮ ਕਿੱਥੇ ਠਹਿਰੂਗਾ। ਗੁਰੂ ਰੂਪ ਸਾਸੀ ਬੰਨ ਤੋਂ ਬਗੈਰ ਤਾਂ ਪਾਣੀ ਨਹੀਂ ਖੜਦਾ, ਨਾਮ ਲੋਕੋ ਰਾਮ ਖਿਲਾਉਣਾ ਜਾਣਾ। ਤਾਂ ਗੁਰੂ ਰੂਪ ਸਾਧ ਸੰਗਤ ਜੀ, ਭਗਤੀ ਰੱਬ ਦੀ ਮੁੱਖ ਹੈ, ਛਿਛਰੇ ਦਾ ਪਹਿਲਾਂ ਕਾਲੜਾ ਰੰਗ ਵਿਖਾਉਂਦੀ ਏ, ਐਵੇਂ ਨਹੀਂ ਮਿਲਦੀ। ਔਖੀ ਅਖੀਰੀ ਕਰਨੀ ਪੰਜੇ ਤੱਤ, ਮਾਰੇ ਤੋਂ ਬਿਨਾਂ ਸੰਗਤਾਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਦੀ ਬਾਣੀ ਕਿਉਂ ਦੱਸਦੀ ਹੈ, ਤੂੰ ਨਿੰਦਕਾ ਤੇਰੀ ਕਾਗਜ਼ਾਂ ਦੀ ਬੇੜੀ, ਤੂੰ ਨਿੰਦਕਾ ਤੇਰੀ ਕਾਗਜ਼ਾਂ ਦੀ ਬੇੜੀ, ਤੇਰੀ ਕਾਗਜ਼ਾਂ ਦੀ ਬੇੜੀ, ਤੂੰ ਨਿੰਦਕਾ ਤੇਰੀ ਕਾਗਜ਼ਾਂ ਦੀ ਬੇੜੀ। ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਗੁਰਮੁਖ ਆਪਣਾ ਰਸਤਾ ਨਹੀਂ ਛੱਡਦੇ, ਮਨਮੁਖ ਆਪਣੇ ਰਸਤੇ, ਗੁਰਮੁਖ ਆਪਣੇ ਰਸਤੇ। ਗੁਰੂ ਰੂਪ ਸਾਧ ਸੰਗਤ ਜੀ, ਨਿੰਦਕ ਕਦੇ ਆਪਣਾ ਕੰਮ ਨਹੀਂ ਛੱਡ ਸਕਦਾ। ਨਿਰਤਕਾਰੀ ਕਰਨ ਵਾਲਾ ਆਪਣੇ ਤਾਲ ਤੋਂ ਖੁੰਝ ਜਾਏ, ਬੇਸ਼ੱਕ ਖੁੰਝ ਜਾਏ। ਕਵਿਤ ਬਣਾਉਣ ਵਾਲਾ ਕਵੀ ਆਪਣੇ ਕਵਿਤ ਬਣਾਉਣ ਤੇ ਖੁੰਝ ਜਾਏ, ਬੇਸ਼ੱਕ ਖੁੰਝ ਜਾਏ। ਰਾਗੀ ਆਪਣੇ ਰਾਗ ਤਾਲ ਤੋਂ ਖੁੰਝ ਜਾਏ, ਬੇਸ਼ੱਕ ਖੁੰਝ ਜਾਏ। ਲੇਕਿਨ ਨਿੰਦਕ ਨਹੀਂ ਆਪਣੇ ਤਾਲ ਤੋਂ ਖੁੰਝਦਾ ਕਦੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਮਲੀ ਨੂੰ ਫੀਮ ਖਾਦੇ ਬਿਨਾਂ ਨਸ਼ਾ ਨਹੀਂ ਹੁੰਦਾ, ਮਨਮੁਖ ਨੂੰ ਜੁੱਤੀਆਂ ਖਾਦੇ ਬਿਨਾਂ ਨਸ਼ਾ ਨਹੀਂ ਹੁੰਦਾ ਕਦੇ ਵੀ। ਤੇ ਗੁਰੂ ਰੂਪ ਸਾਧ ਸੰਗਤ ਜੀ, ਜੇ ਅਸੀਂ ਇਹਨਾਂ ਚੀਜ਼ਾਂ ਨੂੰ ਪੜ੍ਹੀਏ, ਬਾਬਾ ਕਬੀਰ ਜੀ ਦੇ ਘਰ ਵੀ ਇਹ ਕੁਛ ਹੋਇਆ। ਸਾਧੂ 5-7 ਇਕੱਠੇ ਹੋ ਕੇ ਆ ਗਏ, ਆਖਣ ਘਰੇ ਦਾਣਾ ਫੱਕਾ ਕੁਛ ਵੀ ਨਾ। ਤੇ ਆਖਣ ਲੱਗਿਆ ਹੁਣ ਕੀ ਕਰੀਏ। ਕਬੀਰ ਕਹਿੰਦਾ ਪ੍ਰਸ਼ਾਦੇ ਦਾ ਕੀ ਹਾਲ ਬਣਾਈਏ, ਕਿਵੇਂ ਕਰੀਏ ਹੁਣ। ਕਹਿੰਦੇ ਕੋਈ ਨਾ, ਮੈਂ ਜਾਣੀ ਪ੍ਰਸ਼ਾਦਾ, ਮੈਂ ਕਰਦੀ ਇੰਤਜ਼ਾਮ। ਕੋਈ ਨੰਗੇ ਪੈਰ ਕਰਕੇ ਕੇਸ ਗਲੇ ਵਿੱਚ ਪਾ ਲਏ, ਖੁੱਲੇ ਕੇਸ ਬਾਜ਼ਾਰ ਵਿੱਚ ਹੋਕਾ ਦਿੰਦੇ ਫਿਰਦੇ ਨੇ। ਸੌਦਾ ਦਿੰਦਾ ਨਹੀਂ, ਉਧਾਰ ਕੋਈ ਬਾਣੀਆਂ, ਹੱਟੀ ਹੱਟੀ ਲੋਈ ਫਿਰ ਗਈ। ਤੋਂ ਮਨਮੁਖ ਨੂੰ ਟਾਈਮ ਮਿਲ ਗਿਆ, ਬਾਬਾ ਕਬੀਰ ਜੀ ਕੋਲ ਆ ਚੁਗਲੀ ਕੀਤੀ। ਕਹਿੰਦਾ ਵੱਡਿਆ ਭਗਤਾ, ਤੂੰ ਇੱਥੇ ਰਾਮ ਰਾਮ ਦਾ ਮਣਕਾ ਸਿੱਟੀ ਜਾਂਦਾ, ਮੇਰੀ ਲੋਈ ਅਦਲ ਸਰੀਰ ਸਤਬੰਤੀ ਮੂੰਹ ਅੱਡੀ ਜਾਂਦਾ, ਬੈਠਾ ਇੱਥੇ ਕਮਲਿਆ ਸਾਦਾ। ਉਹ ਦੇਖ ਤੇਰੀ ਲੋਈ ਕਿਸ ਕਰਦੀ ਫਿਰਦੀ ਹੈ, ਬਾਜ਼ਾਰਾਂ 'ਚ ਧੱਕੇ ਖਾਂਦੀ ਫਿਰਦੀ ਹੈ। ਉਹ ਜੇ ਪਹਾੜ ਉਲਾਲੇ ਆ ਕੇ ਜਿਹੜੇ ਕਬੀਰ ਜੀ ਸੁਣ ਕੇ ਇੱਕ ਲੱਖ ਗਰਮ ਹੋ ਗਏ। ਨਿੰਦਕ ਦਾ ਕਲੂਚਾ ਬੜਾ ਤਕੜਾ ਹੁੰਦਾ, ਪੱਬਾਂ ਭਾਰ ਕਰ ਦਿੰਦਾ ਹੈ ਘੇਰਾ। ਤਾਂ ਨਿੰਦਾ ਤਾਂ ਐਸੀ ਭੈੜੀ ਹੁੰਦੀ ਹੈ, ਸੱਸ ਨੂੰ ਸੱਸ ਦੀ ਗੁੱਤਰੀ ਉਹਦੇ ਹੱਥ 'ਚ ਫੜਾਉਂਦੀ, ਉਹਦੇ ਹੱਥ 'ਚ ਫੜਾਉਂਦੀ ਹੈ। ਜੇ ਕਿਤੇ ਫਿਰ ਸੋਝੀ ਆ ਜਾਏ, ਫਿਰ ਦੋਹਾਂ ਦੇ ਹੱਥ 'ਚ ਨਿੰਦਕ ਆ ਜਾਏ, ਫਿਰ 7 ਜਮ ਸਿਰ ਤੇ ਬਾਲ ਵੀ ਨਹੀਂ ਆਉਣ ਦਿੰਦੇ ਹਨ। ਤੇ ਬਾਬਾ ਕਬੀਰ ਜੀ ਦੀ ਮੱਤ ਜਿਹੜੀ ਸੀ ਜਾਨੀ ਚੇਂਜ ਹੋ ਗਈ, ਉੱਥੋਂ ਬਦਲ ਗਈ। ਸੋਚਾਂ ਵਿੱਚ ਪੈ ਗਿਆ ਵੀ ਕੀ ਕਾਰਨ ਹੋਇਆ। ਤੇ ਕਾਕਾ ਮਲ ਸੇਠ ਦੇ ਗਏ, ਆਖਣ ਲੱਗੇ ਕੀ ਗੱਲ ਹੈ। ਕਹਿੰਦੇ ਸਾਡੇ ਘਰ ਸਾਧੂ ਆਏ ਨੇ, ਰਾਸ਼ਨ ਬਖਸ਼ ਦੋ। ਉਹਨੇ ਬੁੱਧੀ ਪ੍ਰਿਸ਼ਟ ਦੇ ਨਾਲ ਉਹਨੇ ਆਖਿਆ ਚੰਗਾ ਤੂੰ ਰਾਸ਼ਨ ਲੈ ਜਿੰਨਾ ਲਿਜਾਣਾ, ਪਰ ਅੱਖ ਨੇ ਰਾਤ ਇੱਥੇ ਕੱਟਣੀ ਹੋ ਗਈ। ਨਿੰਦਕ ਪਹਿਲਾਂ ਜਾ ਰਿਹਾ ਉੱਥੇ। ਕਹਿੰਦਾ ਤੂੰ ਇਹ ਤੇਰੀ ਸੇਵਾ ਕਿਵੇਂ ਲੱਗੇਗੀ, ਇਹ ਪਾਪਾਂ ਦੀ ਮਾਇਆ ਸਾਧਨਾਂ ਨੂੰ ਖਵਾਉਂਦੇ, ਨਰਕਾਂ ਨੂੰ ਜਾਵੋਗੇ ਤੁਸੀਂ। ਆਹ ਸੌਦਾ ਕਰਕੇ ਆਈ ਲੋਈ ਤੇਰੀ। ਸਤਪੁਰਸ਼ਾਂ ਨੂੰ ਪ੍ਰਸ਼ਾਦਾ ਛਕਾਇਆ, ਸੇਵਾ ਕੀਤੀ। ਫਿਰ ਆਥਣ ਹੋਇਆ, ਲੋਈ ਨੇ ਚਾਦਰ ਦੀ ਬੁੱਕਲ ਮਾਰੀ, ਚਾਲਾ ਪਾ ਦਿੱਤਾ। ਮੀਂਹ ਲੱਗਿਆ ਪੈਣ। ਕਬੀਰ ਕਹਿੰਦਾ ਲੋਈਏ ਕਿੱਥੇ ਚੱਲੀਆਂ। ਕਹਿੰਦੇ ਮੈਂ ਰਾਸ਼ਨ ਲਿਆਂਦਾ ਸੀ, ਮੈਂ ਕਾਕਾ ਮਲ ਸਵੇਰ ਦੇ ਚਲੇ ਗਿਆ। ਵਾਹ ਦਾਨੀ ਪੁਰਸ਼ੋ, ਧੰਨ ਤੁਹਾਡੀ ਕੀਮਤ। ਕਿਹੜੀ ਕੀਮਤ ਹੈ ਮੈਂ ਸਿਰੇ ਦਾਨੀ। ਕਹਿੰਦਾ ਚੰਗਾ ਫਿਰ ਇੰਝ ਕਰ, ਤੂੰ
तू मेरे मोढियां ते बैठ, मैं तेन छड्ड के आवां ਉਹਦੇ घरे। ਉਹ ਜਿਹਨੇ ਨਿੰਦਿਆ ਕੀਤੀ ਸੀਗੀ ਉਹਦੇ ਫੇਰ ਛਿੱਤਰ ਪਏ। ਫਿਰ ਕਹਿੰਦਾ ਮੈਂ ਤਾਂ ਨਿੰਦਿਆ ਕੀਤੀ ਤੇ ਮੋਢੇ ਤੇ ਚੱਕੀ ਜਾਂਦਾ, ਇੱਥੇ ਤਾਂ ਮੇਰੀ ਨਿੰਦਿਆ ਦਾ ਤੀਰ ਚੱਲੇ ਹੀ ਨਾ। ਤੇ ਮੀਂਹ ਲੱਗਿਆ ਪੈਣ, ਨਾ ਬਾਬਾ ਕਬੀਰ ਦੇ ਛਿੱਟਾ ਪਿਆ, ਨਾ ਲੋਈ ਦੇ ਲੱਗਿਆ, ਨੰਦਕ ਦਾ ਰਾਤ ਪੈ ਗਿਆ ਗਲੇ ਪੈ ਪੈ ਕੇ ਉੱਥੇ। ਤੇ ਉੱਥੇ ਤੜਫ ਰਿਹਾ ਸਿਆਲ ਦਾ ਮਹੀਨਾ। ਜਾ ਕੇ ਲੋਈ ਨੂੰ ਬਾਹਰ ਮੂਹਰੇ ਉਤਾਰ ਦਿੱਤਾ। ਬਾਬਾ ਕਬੀਰ ਜੀ ਮੁੜਿਆ ਆਉਂਦਾ, ਉਹ ਉੱਥੇ ਪਾਲਗਾ ਦਬਕਾਇਆ ਹੋਇਆ, ਲੋਟਣੀਆਂ ਪੁੱਟਣੀਆਂ ਖਾਂਦਾ ਫਿਰਦਾ। ਬਾਬਾ ਕਬੀਰ ਜੀ ਕਹਿੰਦਾ ਭਾਈ ਕੀ ਹੋ ਗਿਆ? ਕਹਿੰਦਾ ਹੋਣਾ ਕੀ ਸੀਗਾ, ਤੁਹਾਡੇ ਤਾਂ ਕੱਪੜੇ ਭਿੱਜੇ ਨਹੀਂ, ਮੈਂ ਭਿੱਜਿਆ ਪਿਆ, ਮੈਂ ਤਾਂ ਠੱਕੇ ਨੇ ਕੁੱਟਤਾ। ਕਹਿੰਦਾ ਭਾਈ ਕੀ ਗੱਲ ਹੋਈ, ਤੈਨੂੰ ਕਿਉਂ, ਤੂੰ ਕਿਉਂ ਭਿੱਜਿਆ? ਉਹ ਕਹਿੰਦਾ ਮੀਂਹ ਪਿਆਗਾ। ਬਾਬਾ ਕਬੀਰ ਜੀ ਕਹਿੰਦੇ ਪਿਆ ਨਹੀਂ। ਤੋ ਉੱਲੂ ਕਹਿੰਦਾ ਸੂਰਜ ਚੜਿਆ ਨਹੀਂ, ਤੋਤਾ ਕਹਿੰਦਾ ਚੜਿਆ ਹੈਗਾ। ਹੁਣ ਤੋਤਾ ਵੀ ਸੱਚਾ, ਉੱਲੂ ਵੀ ਸੱਚਾ। ਉੱਲੂ ਦੇ ਵਿਚਾਰੇ ਦੇ ਸੂਰਜ ਚੜ੍ਹਦੇ ਅੱਖਾਂ ਮਿਟ ਜਾਂਦੇ, ਉਹਨੂੰ ਸੂਰਜ ਦਿਖਦਾ ਨਹੀਂ ਹੈਗਾ। ਤੋਤੇ ਨੂੰ ਦੋਹੀ ਰਾਤੀ ਦਿਖਦਾ ਰਹਿੰਦਾ ਹੈਗਾ, ਦਿਨੋਂ ਵੀ ਦਿੰਦਾ, ਰਾਤ ਨੂੰ ਵੀ ਦਿੰਦਾ ਹੈਗਾ। ਜਿਹੜਾ ਹੁਣ ਉੱਲੂ ਦੀ ਤਰ੍ਹਾਂ ਹੈ, ਉਹਨੂੰ ਗੁਰੂ ਨਾਨਕ ਦਿੰਦਾ ਨਹੀਂ। ਜਿਹੜੇ ਤੋਤਿਆਂ ਵਰਗੀਆਂ ਮੱਤਾਂ ਨੇ ਉਹਨੂੰ ਗੁਰੂ ਨਾਨਕ ਦਿੰਦਾ ਹੈਗਾ। ਸਤਿਗੁਰੂ ਹੈਗੇ ਭਾਈ। ਜਦੋਂ ਬਾਹਰ ਖੋਲਿਆ ਕਾਕਾ ਮਲ ਖੱਤਰੀ ਨੇ, ਕਹਿੰਦਾ ਕੀ ਗੱਲ? ਕਿ ਮੈਂ ਲੋਹੀ ਹਾਜ਼ਰ ਹਾਂ। ਬਾਹਰ ਪਾਣੀ ਦੇ ਨਾਲੀਆਂ ਚੱਲ ਰਹੀਆਂ ਨੇ, ਮੀਂਹ ਪੈ ਰਿਹਾ। ਸੋਚਾਂ ਵਿੱਚ ਪੈ ਗਿਆ ਵੀ ਲੋਹੀ ਦੇ ਕਿਤੇ ਛਿੱਟਾਂ ਨੇ ਵੱਜਿਆ, ਕਮਲੀ ਸੁੱਕੀ ਪਈ ਹੈ। ਆਖਣ ਲੱਗਿਆ ਲੋਹੀਏ ਆਪਦੇ ਵਸਤਰ ਸੁੱਕੇ ਪਏ ਨੇ। ਉਹ ਕਹਿੰਦੀ ਧਰਮ ਕਬੋ ਵੇਚਤਾ ਨਹੀਂ, ਭਾਵੇਂ ਦਰਿਆ ਮੇ ਰੇੜ ਦੀਏ। ਕਿ ਧਰਮ ਕਿ ਇਹੋ ਜਿਹੀ ਚੀਜ਼ ਆਪਾਂ ਦਰਿਆ ਵਿੱਚ ਰੇੜ ਦੋ, ਕਦੇ ਨਹੀਂ ਭਿੱਜਦਾ ਇਹ। ਲੋਈ ਕਹਿਣ ਲੱਗੀ ਮੈਨੂੰ ਮੇਰਾ ਕਬੀਰ ਛੱਡ ਕੇ ਗਿਆ, ਮੇਰਾ ਪਤੀ ਪਰਮੇਸ਼ਰ ਮੋਢਿਆਂ ਦੇ ਬਹਾ ਕੇ ਤੇਰੇ ਬਾਹਰ ਨੂੰ ਲਾ ਗਿਆ, ਮੈਨੂੰ ਤਾਂ ਪਤਾ ਨਹੀਂ ਮੀਂਹ। ਕਾਕਾ ਮਲ ਖੱਤਰੀ ਚਰਨ ਦੇ ਪਿਆ, ਮਾਤਾ ਮੇਰੇ ਗੁਨਾਹ ਮੇਰੇ ਔਗਣ, ਮੈਨੂੰ ਇਹ ਪਾਪ ਤੂੰ ਹੀ ਬਖਸ਼ ਸਕਦੀ ਹੈ, ਹੋਰ ਕਿਸੇ ਤੇ ਇਹ ਔਗਣ ਬਖਸ਼ੇ ਨਹੀਂ ਜਾ ਸਕਦੇ। ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰੂ ਦਰਬਾਰ ਵਿੱਚ ਗਲਤੀਆਂ ਕੀਤੀਆਂ, ਨਿੰਦਿਆ ਕੀਤੀ, ਇਹਨੂੰ ਕੋਈ ਸਾਬਣ ਨਹੀਂ ਧੋਣ ਵਾਸਤੇ ਪਿਆਰਿਓ। ਪਰ ਇੱਕ ਗੱਲ ਹੈਗੀ ਦਵਾਈ, ਦਾਰੂ ਸਾਰਿਆਂ ਦੁੱਖਾਂ ਦੀ ਬਣਦੀ, ਨਿੰਦਕਾਂ ਦੀ ਕੋਈ ਦਾਰੂ ਨਾ ਪੜੋ ਸਾਰੀ ਸੰਗਤ। ਦਾਰੂ ਸਾਰਿਆਂ ਦੁੱਖਾਂ ਦੀ ਵੀ ਬਣਦੀ, ਨਿੰਦਕਾਂ ਦੀ ਕੋਈ ਦਾਰੂ ਨਾ, ਸਾਰਿਆਂ ਦੁੱਖਾਂ ਦੀ ਵੀ ਬਣਦੀ, ਨਿੰਦਕਾਂ ਦੀ ਕੋਈ ਦਾਰੂ ਨਾ। ਦਾਰੂ ਹੈਗੀ ਭਾਈ, ਹੈ ਕਿਉਂ ਨਹੀਂ? ਕਿਹੜੀ ਦਾਰੂ ਹੈ? ਮਹਾਰਾਜ ਕਹਿੰਦੇ ਨਿੰਦਕ ਗੁਰ ਕਿਰਪਾ ਤੇ ਹਟੇ। ਜੇ ਸਤਿਗੁਰੂ ਕਿਰਪਾ ਕਰ ਦੇਣ ਤਾਂ ਨਿੰਦਕ ਦਾ ਹੀ ਬੇੜਾ ਪਾਰ ਹੋ ਜਾਂਦਾ। ਸੰਗਤਾਂ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਮਲਿਆ ਸਤਿਗੁਰੂ ਪੰਚੋਂ ਪਾਤਸ਼ਾਹ ਦਾ ਪਿਆਰ ਲੈਂਦੇ ਨੇ, ਗੋਦ 'ਚ ਬੈਠੇ ਨਿੰਦਕ ਤਰਸ ਰਹੇ ਨੇ। ਪਾਤਸ਼ਾਹ ਕਹਿਣ ਲੱਗੇ ਗੁਰਮੁਖਾ ਕਿਉਂ? ਕਹਿੰਦੇ ਸੱਚੇ ਪਾਤਸ਼ਾਹ ਤੇ ਤੇਰਾ ਦਰ ਇਹੋ ਜਿਹਾ ਹੈ, ਇੱਥੇ ਦਰੈਤ ਨਹੀਂ ਹੋਣੀ ਚਾਹੀਦੀ, ਲੇਖਾ ਤੁਸੀਂ ਪਾਠ ਸਕਦੇ, ਮੇਰੇ ਪਾਤਸ਼ਾਹ ਹੋਰ ਦੁਆਰੇ ਪਟਣਾ ਨਹੀਂ। ਕਹਿੰਦਾ ਭਾਈ ਫਿਰ ਇਸੇ ਨਾਪ ਦੀ ਬਣਾ ਲੈ ਪ੍ਰੀਤੀ, ਤੇ ਅਸੀਂ ਤਾਂ ਗੁਰੂ ਭਾਵੇਂ ਸਾਨੂੰ ਕਹਿੰਦੇ ਹੀ ਹੈ ਕਮਲਿਆ, ਪਰ ਅਸੀਂ ਸੇਵਕਾਂ ਦੀ ਕਰੀ ਨਹੀਂ ਮੋੜ ਸਕਦੇ, ਸਾਡੇ ਕਰੀ ਛੱਕ ਮੋੜ ਦਾ ਫੈਸਲਾ ਦਿੱਤਾ ਗੁਰੂ ਪੰਚੋਂ ਪਾਤਸ਼ਾਹ ਨੇ। ਜਿੱਕੋ ਬੁੱਧੂ ਦਾ ਆਵਾ ਕੱਚਾ ਰਹਿ ਗਿਆ, ਉਸੇ ਕਮਲੀ ਨੇ ਕਹਤਾ ਤੇਰਾ ਆਵਾ ਕੱਚਾ ਰਹੂਗਾ। ਬੁੱਧੂ ਪਾਤਸ਼ਾਹ ਕੋਲ ਕਹਿੰਦੇ ਮਹਾਰਾਜ ਜੀ ਪਾਤਸ਼ਾਹ ਤੇ ਆ ਕਮਲੀਏ ਨੇ ਸਾਡਾ ਆਵਾ ਕੱਚਾ ਰੱਖ ਦਿੱਤਾ। ਕਹਿੰਦਾ ਭਾਈ ਉਹ ਤਾਂ ਕੱਚਾ ਹੀ ਰਹੂਗਾ। ਕਹਿੰਦੇ ਤੁਸੀਂ ਕਿਹਾ ਸੀ ਪੱਕਾ ਹੋਊਗਾ? ਕਹਿੰਦੇ ਭਾਈ ਪੱਕਾ ਤਾਂ ਹੋ ਜਾਣਾ, ਫਿਰ ਮੈਂ ਉਹਦੀ ਕਿਵੇਂ ਮੋੜਾਂ? ਸਤਿਗੁਰਾਂ ਨੂੰ ਸੇਵਕ ਇੰਨੇ ਪਿਆਰੇ ਨੇ, ਸਾਧੂ ਇੰਨੇ ਪਿਆਰੇ ਨੇ ਗੁਰੂ ਪੰਚੋਂ ਪਾਤਸ਼ਾਹ ਨੂੰ, ਤੇ ਉਸ ਦਾ ਕੀ ਕਰ ਸਕਦਾ? ਗੁਰੂ ਨਾਨਕ ਜਿਸ ਦੇ ਸੰਗ ਬਸ ਦਾ ਧਾਰਨਾ ਪੜ ਕੇ ਸਮਾਧੀ ਕਿਹੜੇ ਪਰੋ ਪਿਆਰ ਨਾਲ ਪਾਇਆ। ਗੁਰੂ ਨਾਨਕ ਜਿਸ ਦੇ ਸੰਗ ਰਸਦਾ, ਤੇਰਾ ਪ੍ਰੀਤਮ ਜਿਸ ਦੇ ਸੰਗ ਰਸਦਾ, ਜਿਸ ਦੇ ਸੰਗ ਰਸਦਾ, ਤੇਰਾ ਪ੍ਰੀਤਮ ਜਿਸ ਦੇ ਸੰਗ ਰਸਦਾ। ਨਿੰਦਕ ਕੀ ਕਰ ਸਕਦਾ? ਸਤਿਗੁਰੂ ਜਿਸ ਦੇ ਸੰਗ ਰਸਦਾ, ਮੇਰਾ ਪ੍ਰੀਤਮ
आखो गज के सतनाम श्री वाहिगुरू। तिनके निंदिया कोई क्या करे जिन हर नाम प्यारा। सारी संगतों में यही बेनती है, सतगुरु नानक के चरण में जुड़ के बेनती करके बाणी पढ़नी, सेवा करनी, ते ये तुहाडा जीवन है। ते वो अपना काम नहीं छड्डदा। निंद कोई भी होवे, गुरमुख अपना काम कदे भी ना छड्डो। सतगुरु बिना किसी का बेड़ा पार नहीं लगना। कि गुरु नानक देव पातशाह नूं इहनूं कहे संत, सतगुरु संत नहीं सी। मैं तो इत्थे तक भी कहांगा, जे गुरु नानक देव नूं गुरु कहोगे, ये गुरु भी नहीं सीगे। कहंदे होर की कहोगे? मैं कहा रब सी। ये तो आप परमेश्वर सी, अपनी रचना चो लेके गए ने। मैं नहीं कहना, हाँ गुरु महाराज आप कहते ने सूक्ष्म मूर्त नाम निरंजन काया का आकार। निरंजन मेरे रब दा है। सूक्ष्म मूर्त नूं छड्ड के परमेश्वर नानक जामे विच आके साडा दुनिया दा डुबदा जहाज पार लाया। गज के आखो सतनाम श्री वाहिगुरू। गुरु रूप साध संगत जी, तीन प्रकार विच ये हिस्सा वंडिया जाता है। एक तो गुरु का आसन कहते हैं। गो मैंने नेरे दा है, रूह मैंने प्रकाश दा है। ते फिर ये कौन चकेगा? सतपुरख जिन जाने, सतगुरु तिसका नौ। जेड़े सतपुरुषों ने उस अकाल पुरख के सिमरन बुझ लिया, जिन्हें यह बुझन बूझिया मीत हमारा सोए, जिन्हें उस परमेश्वर की रचना ने बुझ लिया। तो फिर वो सतगुरु वो हैं जिहड़े गुरु नानक देव के ददारे करवा देन, उन्होंने सतगुरु कहा जाता है। रब के ददारे करवा देन। आदि गुरु आदि निरंजन है गुरुदेव, ये आदि गुरु हैं गुरु नानक देव जी। आदि कदों आप परसों से वचन किया सी, झंडे बाटे जन्म साखी में पढ़ के देखो महाराज की लिखा अपनी रचना में उच्चारण की पंक्तियां। जुगावली पढ़ के देखो कि गुरु ही कहोगे। महाराज ने 9 युग बावे अखर का जाप, 9 युग हारे अखर गगे अखर का जाप, 9 युग रारे अखर का जाप, 36 युग महाराज ने 4 अखर का जाप किया। वाहिगुरू 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 वाहिगुरू। फिर मन मुके बहते कितने थे महाराज? बहना कि तो आप निरंजन सी, आपे आप निरंजन सोए, वो तो आपे आप सीगे वाला जाप। फिर जिन सेविया तन पाया मान, नानक गाविया है गुणी निधान, गाविया है सुनिए। नाले गुरबाणी गाइए नाले सुनिए, गाविए सुनिए, मन रखिए भाव, अंदर प्रेम रखना। गाविए सुनिए मन रखिए भाव, ते नानक दे चरण में ध्यान करके नाले चौ धारण करना, नाले बाणी पढ़नी, प्रेम करना। ते फिर महाराज कित्थे नेगे? फिर सेवक को निकटी होए दिखावे गज के आखो सतनाम श्री वाहिगुरू। इहो जे वेगे सलाम जवाब दोवें करे, नाले सलाम करनी नाले विचों जवाब करने। महाराज कहते फिर जाने मुढ़ों कुत्था जाए। जो तो जन्म लिया सारा कागज ही साफ कर दिता, मुढ़ों कुत्था जाए। नानक दोवें कूड़ियां थाई ना काई पाए, ना इत्थे ना उथे, उन्होंने वास्ते कोई भी ढोई नहीं। गज के आखो सतनाम श्री वाहिगुरू। नानक देव जी कहते हैं, बाणी दसदी है। ते मेरे पातशाह जी ने 32 करोड़ 56 लाख 99,000 वर्ष 4 अखरां का जाप किया गुरु रूप साध संगत जी। की साध कहोगे गुरु नानक देव नूं? अजकल 5 ग्रंथी पढ़ के कहने मैं साध हो गया, विद्वान हो गया। विद्या का घर बहुत दूर पे आएगा। सर उत्थे इंडिया तुसीं इंडिया चो आए हो, उधरों पहलवाना की रीस करके ना साग ना रज के जाके मेले च कपड़े कट के गेड़े देने लगे, मैं भी पहलवान आगा। अला गुठ भार करके हो जाता ठेडा मार के, ਜਾਂ सेवियां बालियां खा लेनी, मैं पहलवान हो गया। अगले चूक ने पर सिटना हो गया। तो गुरु रूप साध के कपड़े कटते देखना, डिगदा देखनी ना किसी को। तो इस तरह भी गुरु रूप साध संगत जी साढ़े इंडिया में बड़े साध बन बन पैंदे नेगे। जे नहीं 10 तो गाह नंगा जाता तो एनका ला लेंदे नेगे, इत्थे जे परना पा लेंदे ने करके अगर थोड़े पग्गां च लगे ना पैन, ਉਹਦੇ ਐਨਕਾਂ ਤੇ ਲਾਏ ਹੋਏ ਨੇ ਬਰਾਬਰ। ਇੱਥੇ ਐਨਕਾਂ ਲਾ ਕੇ ਤੇ ਐਂ ਟੰਗ ਲੈਂਦੇ ਨੇ। ਕਿੱਥੇ ਵਾਲੇ ਸੰਤ? ਇਹ ਫਲਾਣੇ ਸੰਤ ਵਾਲੇ ਨੇ 108। ਤੁਸੀਂ ਇਹਨਾਂ ਨੂੰ ਪੁੱਛਿਆ ਕਰੋ ਵੀ 108 ਦਾ ਮਹਾਤਮ ਕੀ ਹੈਗਾ, 111 ਦਾ ਮਹਾਤਮ ਕੀ ਹੈ। ਸੰਤਾਂ ਦਾ ਪੁੱਛਿਆ ਤਾਂ ਕਰੋ ਕਿਸੇ ਨੂੰ ਤੁਸੀਂ ਵੀ 108 ਲਿਖ ਦਿਓ ਮਹਾਰਾਜ, ਇਹ ਕਾਰਨ ਕੀ ਹੈ?
साधु भी नंबर मिलता कितों, इन्हों का भी थां है कोई, जो कोई तुहाडियां हर कौडी खेलवान कोई आइटम मिलती है, साधु भी कोई आइटम मिलती है, इन्होंने भी दिंदे ने, इन्हों का अखबार चाहता है, बाकायदा आता है, अरदास होकर तुरता है भी अज तो ये संत 108 च दर्ज हो चुके, कोई नहीं कह सकता। 111 संत बाबा अतर सूंझ होए, 111 संत बाबा जी राड़े वाले होए, बाकी हले सब के नंबर छोटे ही ने, क्योंकि अपने आप में बड़ा बेशक बनी जाए, किसी को नंबर नहीं है। गुरु रूप साहब जी 108 अपने अखबार से हरेक लिखी जाए, जब कोई साधु 108 लिखा करे, 110 लिखा करे, उन्होंने पूछा था करो बाबा जी सानू इसका निर्णय तो दसो की है, पहला मैंने पूछ लो 5-4 कितने ना कितने भी की निर्णय मैं दस दूंगा, तो फिर यह साधा ना सिंगर आया करो भी 108 का मतलब दसो की है। आप नहीं लै सकता 108, आप ही लैस नैक किमें नंबर मिल जूगा, जब कोई ब्रिगेडियर कर्नल देवेगा नंबर तो ही मिलेगा, लैसी का बिल्ला लगेगा, नैक बनेगा, हौलदार बनेगा, कोई बनाऊगा तो आप ही बन जूगा। ये अमरासी जाके चिट्टे कपड़े पा के खुलनी से बह गया, उदों सो वर्गे ने पूछा कहना कि तू किमें बैठा है बई, तेन किने सद्या, कहना सानू कौन सद्या, तो आप ही बन बहने। अजकल साध आप ही बन बहने ने गे, जे बनावे कोई ना साध फिर बनता, आप ही किमें बन जूगा। गुरु महाराज के पातशाह इंटरव्यू लेंदे ने, रागी नाती बेदी बहु भात करने हर हर भीजा है, जिन्ना अंतर कपट बकार है तिना रोए क्या कीजा है, हर करता सब किछ जानदा सिर रोग हथ दीजा है, जन नानक गुरमुख हिरदा शुद्ध है, हर भगत हर लीजा है। इंटरव्यू च ले ले मेरे पातशाह जी ने। सारे गुरु सिख संगत नूं बेनती है ते तुसीं ते इंडिया जाके देखो हुण, ते सच्चे पातशाह एक तां गल हैरानदी है, तेरे बाणी नूं तवीकां नहीं गियां, तुसीं जाके इंडिया विच किसे कोल देख लो, सारे कोल बाहरलियां गड्डियां दे खब नहीं किवें जांदे ने, बजदे ने आनंद बाजे, घंटे खड़कते ने, टली टाणन टाणन, छेड़े छाणन छाणन बजते नगारे, सारे संगत पढ़ो प्यार नाल, आ प्यार नाल पढ़ के समाप्त करो। टूंडी होए मना कीते पूरिया गुरा, टूंडी होए मना कीते पूरिया गुरा, ढूंढ लेंदा हर सज्जन लादा, जेड़े गुरमुख ढूंढन लागे परमेश्वर नूं ਉਹ ढूंढ ही ਲੈਣਗੇ। सारे गुरु सिख संगतां नूं बेनती है ते अपने अंम੍ਰਿਤ ਛਕਣ ਦੀਆਂ ਤਿਆਰੀਆਂ ਹਨ। 22 ਤਰੀਕ ਨੂੰ ਸੰਗਤਾਂ ਨੂੰ ਅੰਮ੍ਰਿਤ ਛਕਾਇਆ ਜਾਵੇਗਾ ਇਸੇ ਬੇਰ ਹਾਊਸ ਵਿੱਚ। ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਇੱਥੇ ਆਲੂ ਛੋਲੇ ਨਹੀਂ ਮਿਲਦੇ ਨਿਰਾਪਰਾ ਬੇਰ ਹਾਊਸ ਵਿੱਚ। ਜੇ ਕੋਈ ਪਿੱਛੇ ਇੱਕ ਵਚਨ ਚੱਲਿਆ ਸੀ, ਕਹਿੰਦੇ ਮਹਾਰਾਜ ਸਾਡੇ ਪ੍ਰਸ਼ਾਦਾ ਛਕਣ ਜਾਣਾ ਹੈ। ਮੈਂ ਕਿਹਾ ਭਾਈ ਊਧਮ ਸਿੰਘ ਜਾਂ ਭਾਈ ਕਰਨੈਲ ਸਿੰਘ, ਜਿਹੜੇ ਭਾਈ ਇਹ ਨੰਬਰ ਲਾਉਂਦੇ ਨੇ ਪ੍ਰਸ਼ਾਦਾ ਛਕਣ ਦਾ, ਉੱਧਰ ਜਾਂਦੇ ਹੁੰਦੇ ਆ। ਕਹਿੰਦੇ ਬਾਬਾ ਜੀ ਆ ਤਾਂ ਕਮਾਲ ਦੀ ਗੱਲ ਹੈ, ਇੱਥੇ ਖਾਣ ਪੀਣ ਵਾਲੀਆਂ ਚੀਜ਼ਾਂ ਤਾਂ ਮਿਲਦੀਆਂ ਨੇ ਜ਼ਰੂਰ, ਬੇਰ ਹਾਊਸ ਵਿੱਚੋਂ ਇਹ ਸੰਤ ਨਹੀਂ ਕਦੇ ਮਿਲਦੇ ਦੇਖੇ, ਤੇ ਸੰਤ ਵੀ ਮਿਲਣ ਲੱਗੇ ਬੇਰ ਹਾਊਸ ਚੋਂ, ਤਾਂ ਬੇਰ ਹਾਊਸ ਵਿੱਚ ਅੰਮ੍ਰਿਤ ਵੀ ਮਿਲੇਗਾ। ਤਾਂ ਗੁਰੂ ਰੂਪ ਸਤ ਸੰਗਤ ਜੀ ਸਾਰੇ ਗੁਰਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ 22 ਤਰੀਕ ਨੂੰ ਅੰਮ੍ਰਿਤ ਛਕ ਕੇ ਗੁਰਸਿੱਖੀ ਧਾਰਨ ਕਰਨੀ ਹੈ। ਅੰਮ੍ਰਿਤ ਛਕਾਉਣ ਦਾ ਤਰੀਕਾ ਮੈਂ ਆਪਣੀ ਗੁਰਮਤਿ ਕੋਈ ਨਹੀਂ ਦੱਸਦਾ ਹਾਂ। ਜਿਸ ਸਾਧੂ ਨੇ, ਜਿਸ ਗੁਰਸਿੱਖ ਨੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਆਪਣੇ ਗਾਤਰੇ ਵੱਡੀ ਤੇਗ ਨਹੀਂ ਰੱਖਦਾ, ਉਹ ਬਾਟੇ ਕੋਲ ਬਹਿ ਕੇ ਅੰਮ੍ਰਿਤ ਛਕਾਉਣ ਦਾ ਅਧਿਕਾਰ ਕੋਈ ਨਹੀਂ ਰੱਖਦਾ। ਜਿਹੜਾ ਆਪੇ ਸਕੂਲ 'ਚ ਨਹੀਂ ਪੜ੍ਹਿਆ, ਉਹ ਕਦੋਂ ਮਾਸਟਰ ਲਾ ਕੇ ਕਿਸੇ ਦੇ ਬੱਚੇ ਨੂੰ 14ਵੀਂ 'ਚ ਪਹੁੰਚਾ ਦੂਗਾ। ਜਿੰਨਾ ਤੱਕ ਗੁਰੂ ਨਾਨਕ, ਗੁਰੂ ਕਲਗੀਧਰ ਦੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਗੁਰੂ ਕਲਗੀਧਰ ਦਾ ਸਿੱਖ ਨਹੀਂ ਕਹਾਉਂਦਾ, ਤੇ ਉਹ ਅੰਮ੍ਰਿਤ ਛਕਾਉਣ ਦਾ ਅਧਿਕਾਰ ਨਹੀਂ ਕੋਈ ਰੱਖਦਾ। ਕਿੱਥੇ ਮਰਜ਼ੀ ਕਿਸੇ ਨੂੰ ਪੁੱਛ ਲਓ। ਮੇਰੇ ਪਾਤਸ਼ਾਹ ਜਿਹੜੇ ਮਹਾਂਪੁਰਸ਼ ਸੰਤ ਜਰਨੈਲ ਸਿੰਘ, ਬਾਕੀ ਅੱਗੇ ਸੰਤ ਬਾਬਾ ਜੀ ਭਿੰਡਰਾਂ ਵਾਲੇ ਗੁਰਬਚਨ ਸਿੰਘ, ਅੱਗੇ ਪਾਤਸ਼ਾਹ ਹੁੰਦੇ ਸੰਤ ਮਹਾਰਾਜ ਅਤਰ ਸਿੰਘ, ਸੰਤ ਮਨੀ ਸਿੰਘ ਤੇ ਸੰਤ ਜਵਾਲਾ ਸਿੰਘ, ਜਿਹੜੇ ਹਰਖਵਾਲੀਏ
ਤੇ ਤਕਰੀਬਨ 10ਵੇਂ ਸੰਤ ਆਤਰ ਸਿੰਘ ਤੋਂ ਬਿਨਾਂ ਇਹ ਪੂਰਨ ਮਰਜ਼ਾਦਾ ਵਿੱਚ ਰਹਿੰਦੇ ਸੀ ਮਹਾਰਾਜ ਦੇ। ਅੰਮ੍ਰਿਤ ਛਕਾਉਂਦੇ ਸੀਗੇ ਤਾਂ ਗੁਰੂ ਰੂਪ ਸਾਧ ਸੰਗਤ ਜੀ ਲੋਕੋ ਰਾਮ ਖਿਲਾਉਣਾ ਜਾਣਾ, ਇਹੋ ਜਿਹੇ ਅੰਮ੍ਰਿਤ ਤਿਆਰ ਹੁੰਦੇ ਨੇ। ਚੱਲ ਤਾਂ ਕੀ ਹੈ, ਛੋਟੀ ਖੰਡਾ ਕਿਰਪਾਨ ਪਾ ਲਾ ਭਾਈ, ਅੰਮ੍ਰਿਤ ਛਕਣ ਦੀ ਗੱਲ ਕਰ, ਨਾਮ ਹੈ ਜਪਣੇ। ਉਹ ਬੁੜੀਆਂ ਗੱਲ ਚ ਪਾ ਲੈਂਦੇ, ਉਹ ਜੜ ਦੇ ਟੁੱਕ ਕੱਢਣੀਆਂ ਮਾਰੀਆਂ। ਅੰਮ੍ਰਿਤ ਛਕਿਆ, ਗੁਰੂ ਸਾਹਿਬ ਕਹਿਣਗੇ ਅੰਮ੍ਰਿਤ ਛਕਿਆ ਕਿ ਫਲਾਣੇ ਸੰਤ ਨੇ ਛਕਾਇਆ ਸਾਨੂੰ ਅੰਮ੍ਰਿਤ, ਲੈ ਬਹੁਤ ਪ੍ਰੇਮ ਨਾਲ ਛਕਾਇਆ, ਬਾਹਲੀਆਂ ਸੋਹਣੀਆਂ ਸਾਖੀਆਂ ਸੁਣਾਈਆਂ, ਸਾਖੀਆਂ ਸੁਣਾਈ, ਫਿਰ ਆ ਕਿੱਥੇ ਗਿਆ? ਤਾਂ ਗੁਰੂ ਰੂਪ ਸਾਧ ਸੰਗਤ ਜੀ ਵੱਡੀ ਕਿਰਪਾਨ ਤੋਂ ਬਗੈਰ ਕੀ ਕਹਿੰਦੇ, ਫਿਰ ਰੱਖਦੇ ਨਹੀਂ। ਹਾਂ ਨਾ ਰੱਖਣ, ਮਾਲੀ ਕਿਤੇ ਬਾਗ ਲਾਉਣ ਤੇ ਹਟਦਾ ਹੈਗਾ, ਉਹ ਤਾਂ ਬਗੀਚਾ ਲਾ ਹੀ ਜਾਣਾ। ਕਈਆਂ ਨੂੰ ਸੌਂਖ ਲੱਗ ਜਾਂਦੀ ਹੈ ਭਾਈ, ਉਹ ਬਾਗ ਅੰਬ ਦੇ ਬੂਟੇ ਸੁੱਕ ਜਾਂਦੇ ਨੇ। ਜਿਹਨੂੰ ਨਹੀਂ ਸੌਂਖ ਲੱਗਦੀ ਭਾਈ ਨਹੀਂ ਸੁੱਕਦੇ, ਜਿਹਨਾਂ ਨੂੰ ਮਨਮੁਖ ਚੁੰਬੜ ਗਏ ਭਾਈ ਉਹ ਡਿੱਗ ਪੈਂਦੇ ਨੇ, ਜਿਹੜੇ ਗੁਰਮੁਖਾਂ ਨਾਲ ਚੁੰਬੜੇ ਰਹੇ ਉਹ ਪਏ ਲੰਘ ਜਾਂਦੇ ਨੇਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਅੰਮ੍ਰਿਤ ਛਕ ਕੇ ਗੁਰਸਿੱਖੀ ਧਾਰਨ ਕਰਨੀ ਹੈ, ਗੁਰੂ ਵਾਲੇ ਬਣਨਾ ਹੈ। ਭਾਈ 22 ਤਰੀਕ ਨੂੰ ਅੰਮ੍ਰਿਤ ਛਕਾਉਣਾ ਗੁਰਸਿੱਖ ਸੰਗਤਾਂ ਨੂੰ। ਸਾਰੀਆਂ ਸੰਗਤਾਂ ਇੱਕ ਮਨ ਇੱਕ ਚਿੱਤ ਹੋ ਕੇ ਅਰਦਾਸ ਸ਼ਾਮਲ ਹੋਈਏ। ਫਿਰ ਭਾਈ ਆਪਾਂ ਦੇਗਾਂ ਲੈ ਕੇ ਲੰਗਰ ਛਕੀਏ। ਬੁਲਾਓ ਸੰਗਤਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।